हाँ भाई। सब संतां महात्मा ने गुरु चरना की बड़ी तारीफ की है, बड़ी महिमा गाई है। ਅਸੀਂ ਬਾਹਰਲੇ ਚਰਨਾਂ ਨੂੰ ਵੀ ਨਮਸਕਾਰ ਕਰਦੇ ਹਾਂ, ਕਿਉਂਕਿ ਉੱਥੇ ਆਉਣੇ ਵੀ ਬੜੇ ਮੁਸ਼ਕਿਲ ਹੁੰਦੇ ਹੈ। ਉੱਥੇ ਵੀ ਉਹਨਾਂ ਦੇ ਪਾਸ ਸ਼ਰਧਾ ਪਿਆਰ ਨਾਲ ਕੋਈ ਭਾਗ ਵਾਲਾ ਜੀਵ ਜਾਂਦਾ ਹੈ। स्वामी जी महाराज ने कहा है, साध चरण 68 से उत्तम भूम पवित्र यहाँ पग धरते। 68 तीर्थ का पुण्य एक पासे है, कमाई वाले महात्मा के चरणों का नाल लग जाना, नमस्कार कर लेनी, वो एक पासे है। क्योंकि सब वेदां शास्त्रां ने जीवत महापुरुष की महिमा गाई है, ਉਹਦੇ ਮਿਲਣ ਦੇ ਫਾਇਦੇ ਦੱਸੇ ਹੈ। ਲੇਕਿਨ ਬਾਹਰੋਂ ਸਾਨੂੰ ਉਤਸ਼ਾਹ ਮਿਲਦਾ ਹੈ, ਸਾਡੇ ਘਰ ਦੇ ਅੰਦਰ ਜਾਣ ਵਾਸਤੇ ਪ੍ਰੇਮ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਹੈ। ਲੇਕਿਨ ਜਿਨ੍ਹਾਂ ਦਾ ਵਾਰ-ਵਾਰ ਮਹਾਤਮਾ ਜ਼ਿਕਰ ਕਰਦੇ ਹੈ, ਉਹ ਚਰਨ ਨੂਰੀ ਹਨ, ਸਾਡੇ ਅੰਦਰ ਹਨ। ਤੁਲਸੀ ਸਾਹਿਬ ਕਹਿੰਦੇ ਹੈ, ਛਿਨ ਛਿਨ ਸੁਰਤ ਸੁਮਾਰ लार दिर के रहो, तन मन दर्पण मांझ साज सुरत से गहो। लगन लगे लख सार तब पाया, अरे हारे तुलसी संत चरण की धूड़ नूर दसाया। हुण सवाल पैदा हुंदा है कि वो चरण सानू कित्थे मिलदे है। जद सानू नाम शब्द का भेद मिल जाता है, हर व्यक्ति भजन करना शुरू करता है, अभ्यास करना शुरू करता है। जद असी फैले ख्याल नूं अखां दे पिछे दोनों परवटियां दे दरम्यान इस जगह एकागर कर लेने हैं, अंदर प्रकाश होना शुरू हो जाता है, नूर नजर आउण लग जाता है। और इथों तक पहुँचना हर सिख का धर्म है। क्योंकि स्कूल के अंदर जाना बच्चे की ड्यूटी है। कई जिम्मेवारियां बच्चे दियां अपनियां हुंदियां हन, अध्यापक दियां अपनियां हुंदियां हन। अगर बच्चा स्कूल के अंदर जावे ना और रस्ते के अंदर बैठ के बेनतियां करन लग जावे, या आपदे टीचर की पिक्चर लैके तूफ दिखाउणी शुरू कर देवे, स्कूल जावे ना, तुसी सोच के देख लो कि वो किस तरह पास होने की उम्मीद कर सकता है। जिथे वो बेनती करता है टीचर के अगे, उत्थे उहदा ये भी फर्ज बनता है कि स्कूल भी उसे लगन ना जावे, ताकि टीचर उन्होंने अपना इल्म दस सके। साडा स्कूल किहड़ा है, दोनों परवटियां दे दरम्यान है, ये मत्था है, जिथे कि पहुँचना साडा सब का फर्ज है। प्रकाश तारे सूरज चंद्रमा ये सब कुछ अंदर मिल जाते हैं, अंदर हैं। मंडल दर मंडल असी ऊपर जाने हैं और अगे सतगुरु का नूरी स्वरूप नूरी चरण मिल जाते हैं। उत्थे जाके सच्चा सिख बनता है गुरु का। उत्थे सेवक की जिहड़ी ड्यूटी है वो समाप्त होंदी है, अगे गुरु की ड्यूटी है। ये असी अखां नाल देख लेने हैं कि किस तरह आत्मा नूं गुरु नाम दे के अकलिया नहीं छड्डदागा। मंडल दर मंडल उन्होंने पार कराउंदा होया निज धाम सचखंड जिथों कोई आउंदा है अपने देश विच लै जांदा है। हर एक संत महात्मा का यही करतब रहा, सिखां नूं नाम ना जोड़ के शब्द ना जोड़ के
ਉਹ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿਛਾਂਹ ਨਹੀਂ ਹਟਦੇ। ਬਸ਼ਰਤ ਇਹ ਹੈ ਕਿ ਸੇਵਕ ਵੀ ਇਸ ਦਾ ਪਾਲਣ ਕਰੇ, ਇਸ ਦੇ ਉੱਪਰ ਦ੍ਰਿੜ ਵਿਸ਼ਵਾਸ ਇਮਾਨਦਾਰੀ ਨਾਲ ਚੱਲੇ। ਐਸਾ ਨਾ ਹੋਏ, ਕਬੀਰ ਸਾਹਿਬ ਨੇ ਕਿਹਾ ਸੀਗਾ, ਗੁਰੂ ਜਾਂ ਸੰਤ ਕੀ ਕਰ ਸਕਦੇ ਹੈ ਜੇ ਸਿੱਖ ਦੇ ਅੰਦਰ, ਸੇਵਕ ਦੇ ਅੰਦਰ ਚੂਕ ਹੈ, ਭੁੱਲ ਹੈ। ਆਪ ਕਹਿਣ ਲੱਗੇ, ਸਤਿਗੁਰ ਸੱਚਾ ਕਿਆ ਕਰੇ, ਜੇ ਸਿੱਖਾਂ में चूक, अंधे एक न लागी, ज्यों वांस बजाई फूक। अगर सिख नाम लेके फिर भी शराबा कबाबां दा गुलाम होया बैठा है, ਭੈੜੇ ਖੋਟੇ ਕਰਮ ਕਰਦਾ ਹੈ, ਤੁਸੀਂ ਸੋਚ ਕੇ ਦੇਖ ਲਓ ਕਿ ਉਹ ਕਿਸ ਤਰ੍ਹਾਂ ਸਤਿਗੁਰੂ ਨੂੰ ਕਹਿ ਸਕਦਾ ਹੈ ਕਿ ਤੁਸੀਂ ਮੈਨੂੰ ਲੈ ਕੇ ਜਾਓ। ਤੁਸੀਂ ਸੋਚ ਕੇ ਦੇਖ ਸਕਦੇ ਹੋ, ਅਗਰ ਕਿਸੇ ਦਾ ਲੜਕਾ ਕਾਬਲ ਬਣਨਾ ਚਾਹੁੰਦਾ ਹੈ, ਪਿਤਾ ਦੀ ਉਹ ਰਹਿਨਮਾਈ ਜਾਂ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਬੱਚੇ ਨੂੰ ਆਪਣੇ ਪਿਤਾ ਦਾ ਕਿਹਾਕਾਰ ਵੀ ਬਣਨਾ ਪਏਗਾ। ਸਾਨੂੰ ਪਤਾ ਹੈ, ਅਗਰ ਬੱਚਾ ਕਾਬਲ ਹੈ, ਪਿਤਾ ਦਾ ਕਹਿਕਾਰ ਹੈ, ਕਹਿਣਾ ਮੰਨਦਾ ਹੈ, ਪਿਤਾ ਉਹਦਾ ਹਿੱਸਾ ਤਾਂ ਦੇਣਾ ਹੀ ਦੇਣਾ ਹੁੰਦਾ ਹੈ। ਆਪਣਾ ਵੀ ਜੋ ਕੁਝ ਪੂੰਜੀ ਹੁੰਦੀ ਹੈ ਉਸ ਨੂੰ ਦੇ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਔਰ ਸ਼ਿਸ਼ ਦਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ। ਸਾਡੇ ਵਿੱਚੋਂ ਹੀ ਸੰਗਤ ਦੀ ਅਗਵਾਈ ਕਰਨੀ ਹੁੰਦੀ ਹੈ। ਇਹ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਗੀ। ਗੁਰੂ ਸਿੱਖ ਅਲੱਗ-ਅਲੱਗ ਬਾਡੀਆਂ ਦੇ ਵਿੱਚ ਰਹਿੰਦੇ ਹੋਏ ਇੱਕ ਜੋਤ ਹੋ ਜਾਂਦੇ ਹੈ, ਨਾਮ ਰੂਪ ਹੋ ਜਾਂਦੇ ਹੈ। ਉਹਨਾਂ ਔਰ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਗਾ। ਉਸੇ ਨੂੰ ਗੁਰੂ ਮੁਖ ਬੋਲਦੇ ਹੈ ਕਿ ਉਹ ਆਪਣਾ ਬੋਲ ਛੱਡ ਜਾਂਦਾ ਹੈ, ਉਹ ਗੁਰੂ ਦੇ ਮੂੰਹ ਦੇ ਨਾਲ ਹੀ ਬੋਲਦਾ ਹੈ। ਸਭ ਸੰਤਾਂ ਨੇ ਕਿਹਾ, ਗੁਰੂ ਨਾਨਕ ਕਹਿੰਦੇ ਹੈ, ਜਿਉਂ ਬੁਲਾਵੈ ਤੇ ਨਾਨਕ ਦਾਸ ਬੋਲੈ। ਮੈਨੂੰ ਹੁਣ ਜਿਵੇਂ ਉਹ ਬੁਲਾਉਂਦਾ ਹੈ ਮੈਂ ਬੋਲਦਾ ਹਾਂ। ਮੇਰੇ ਵੀ ਤੁਹਾਨੂੰ ਇੱਕ ਭਜਨ ਵਿੱਚ ਮਿਲੇਗਾ, ਅਜੈਬ ਬੋਲ ਰਿਹਾ ਤੂੰ ਜਿਵੇਂ ਬੁਲਾਉਣਾ ਹੈ, ਕਿ ਜਿਸ ਤਰ੍ਹਾਂ ਤੂੰ ਬੁਲਾਉਣਾ ਹੈ, ਜਿੱਥੇ ਭੇਜਣਾ ਹੈ ਜਾਣੇ ਹੈ। ਕਿ ਉਹ ਤਾਕਤ ਜਦ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ, ਉਹ ਪੱਤੇ ਦੇ ਅੰਦਰ ਸਮਾਈ ਹੋਈ ਹੈ। ਉੱਥੇ ਆਪਣੇ ਪਰਾਏ ਦਾ ਕੋਈ ਸਵਾਲ ਨਹੀਂ ਉੱਠਦਾ ਗਾ। ਮੈਂ ਸਤਸੰਗ ਕਰ ਰਿਹਾ ਸੀਗਾ, ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਗੁਰੂ ਦੇ ਚਰਨਾਂ ਦੀ ਮਹਿਮਾ ਦੱਸੀ ਕਿ ਕਿੱਥੇ ਉਹ ਚਰਨ ਸਾਨੂੰ ਗੁਰੂ ਦੇ ਮਿਲਦੇ ਹੈ। ਉੱਥੇ ਜਾ ਕੇ ਸੱਚਾ ਸਿੱਖ ਕਹਾਉਣ ਦਾ ਇਹ ਫਕਰ ਹਾਸਲ ਕਰ ਸਕਦਾ ਹੈ। ਗੁਰੂ ਭਗਤੀ ਉੱਥੇ ਹੀ ਜਾ ਕੇ ਮੁਕੰਮਲ ਹੁੰਦੀ ਹੈ, ਬਾਕੀ ਨਾਮ ਭਗਤੀ ਹੈ। ਸਵਾਮੀ ਜੀ ਦਾ ਸ਼ਬਦ ਤੁਹਾਡੇ ਅੱਗੇ ਛੋਟਾ ਜਿਹਾ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਸੁਣੋ। ਆਰਤੀ ਪਰਮ ਗੁਰੂ ਰਾਧਾ ਸਵਾਮੀ ਪਾਰ ਬਚਨ ਸ਼ਬਦ 11ਵਾਂ ਚਰਨ ਗੁਰ ਦੇ ਤਾਰ ਰਹੀ, ਚਰਨ ਗੁਰ ਦੇ ਤਾਰ ਰਹੀ, ਸੋਗੀ ਤਾਰ ਕਠਨ ਹੱਥ ਪਾਈ, ਸੋ ਅਬ ਉਲਟ ਗਈ। ਜਦ ਅਸੀਂ ਆਪਣੇ ਫੈਲੇ ਹੋਏ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆਉਂਦੇ ਹੈ, ਫਿਰ ਪਤਾ ਲੱਗਦਾ ਹੈ ਕਿ ਇਹ ਜੋ ਉਲਟੀ ਧਾਰਾ ਵਗ ਰਹੀ ਹੈ ਇਹ ਕਿਤਨੀ ਮੁਸ਼ਕਿਲ ਹੈ। ਪਿਆਰਿਓ, ਅੰਦਰ ਜਾ ਕੇ ਦੇਖੋ ਕਿਸ ਤਰ੍ਹਾਂ ਰਿਖੀ ਮੁਨੀ ਇਸੇ ਧਾਰਾ ਦੇ ਅੰਦਰ ਬਹਿ ਰਹੇ ਹੈ। ਜਦ ਤੱਕ ਅੰਦਰ ਨਹੀਂ ਜਾਂਦੇ ਉਹਨਾਂ ਚਿਕਰ ਕਿਸੇ ਨੂੰ ਕੀ ਇਲਮ ਹੈ ਕਿ ਸਾਡੀ ਧਾਰ ਜਿਹੜੀ ਹੈ ਉਹ ਉਲਟੀ ਵਹਿ ਰਹੀ ਹੈ, ਅਸੀਂ ਉਲਟੇ ਪਾਸੇ ਜਾ ਰਹੇ ਹਾਂ, ਅਸੀਂ ਕਿੱਧਰ ਜਾਣਾ ਹੈ। ਕਿਉਂਕਿ ਮਹਾਤਮਾ ਸਾਨੂੰ ਦੱਸਦੇ ਹੈ ਕਿ ਸ਼ੁਰੂ ਦੇ ਵਿੱਚ ਜਦ ਸਾਡੀ ਆਤਮਾ ਪੈਰਾਂ ਦੇ ਤਲਿਆਂ ਤੋਂ ਉੱਪਰ ਨੂੰ ਆਉਂਦੀ ਹੈ, ਇਹ 3-4 ਕਿਸਮ ਦੀਆਂ ਚਾਲਾਂ ਅਖਤਿਆਰ ਕਰਦੀ ਹੈ। ਚੀਟੀ ਦੀ ਚਾਲ ਹੈ, ਜਿਸ ਤਰ੍ਹਾਂ ਚੀਟੀ ਕੰਧ ਦੇ ਉੱਤੇ ਚੜ੍ਹਦੀ ਹੈ, ਗਿਰ ਜਾਂਦੀ ਹੈ, ਚੜ੍ਹਦੀ ਹੈ, ਫਿਰ ਗਿਰ ਜਾਂਦੀ ਹੈ, ਲੇਕਿਨ ਉਹ ਆਪਣੀ ਹਿੰਮਤ ਨਹੀਂ ਛੱਡਦੀ ਗੀ, ਉਹ ਚੜ੍ਹ ਜਾਂਦੀ ਹੈ। ਮੱਕੜੀ ਮਾਰਗ ਹੈ, ਕਿਉਂਕਿ 4 ਚਾਲਾਂ ਸੁਰਤ ਅਖਤਿਆਰ ਕਰਦੀ ਹੈ। ਮੱਕੜੀ ਚਾਲ ਹੈ, ਜਿਸ ਤਰ੍ਹਾਂ ਮੱਖੜੀ ਦਰਖਤ ਦੇ ਉੱਪਰੋਂ ਤਾਰ ਦੇ ਜ਼ਰੀਏ ਉਤਰਦੀ ਹੈ, ਉਹ ਆਪਣੇ ਵਿੱਚੋਂ ਹੀ ਪੈਦਾ ਕਰਦੀ ਹੈ, ਉਸੇ ਦੇ ਜ਼ਰੀਏ ਹੀ ਖਾ ਪੀ ਕੇ ਉੱਪਰ ਚੜ੍ਹ ਜਾਂਦੀ ਹੈ। ਔਰ ਵਿਹੰਗ ਮਾਰਗ ਹੈ, ਪੰਛੀ ਮਾਰਗ ਹੈ, ਕਿ ਜਿਸ ਤਰ੍ਹਾਂ ਪੰਛੀ ਪਹਾੜ ਤੋਂ ਉੱਡਿਆ,
ਜ਼ਮੀਨ ਦੇ ਥੱਲੇ ਆ ਗਿਆ, ਜ਼ਮੀਨੋਂ ਉੱਡਿਆ, ਪਹਾੜ ਦੀ ਚੋਟੀ ਤੇ ਜਾ ਵੜਿਆ ਹੈ। ਸੋ ਸੰਤਾਂ ਦੀ ਚਾਲ ਜੋ ਹੁੰਦੀ ਹੈ ਉਹ ਬਿਹੰਗਮ ਚਾਲ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਹੈ, ਸ਼ਬਦ ਬਿਹੰਗਮ ਚਾਲ ਹਮਾਰੀ, ਕਹੇ ਕਬੀਰ ਸਤਿਗੁਰ ਦੀ ਤਾਰੀ। ਇਹ ਤਾਰੀ ਕੌਣ ਦਿੰਦਾ ਹੈ? ਗੁਰੂ ਦਿੰਦਾ ਹੈ, ਜੋ ਸਾਡੇ ਅੰਦਰ ਬੈਠ ਕੇ ਅਗਵਾਈ ਕਰਦਾ ਹੈ। ਇਸ ਵਾਸਤੇ ਆਪ ਕਹਿੰਦੇ, ਫਿਰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਸ ਧਾਰ ਦੇ ਅੰਦਰ ਬੜੇ ਬੜੇ ਰਿਖੀ ਮੁਨੀ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਜਿਨ੍ਹਾਂ ਦੀਆਂ ਕਿਤਾਬਾਂ ਦੁਨੀਆ ਦੇ ਉੱਤੇ ਮਸ਼ਹੂਰ ਹਨ, ਅੰਦਰ ਅੜ ਕੇ ਬੈਠੇ ਹੈ। ਤੁਸੀਂ ਜਾ ਕੇ ਦੇਖ ਸਕਦੇ ਹੋ। ਔਰ ਇਸ ਵਾਸਤੇ ਅੰਦਰ ਜਦ ਅਸੀਂ ਜਾਂਦੇ ਹਾਂ, ਅੰਦਰ ਸ਼ੰਕਾ ਨਹੀਂ ਰਹਿੰਦਾ। ਅੰਦਰਲਾ ਮਾਰਗ ਸੰਤ ਦੱਸਦੇ ਹੈ ਕਿ ਕਿਸ ਤਰ੍ਹਾਂ ਕਿਤਾਬ ਦੀ ਤਰ੍ਹਾਂ ਖੁੱਲ੍ਹ ਜਾਂਦਾ ਹੈ, ਔਰ ਕਿਤਾਬ ਦੀ ਤਰ੍ਹਾਂ ਹੀ ਅਸੀਂ ਉਸ ਨੂੰ ਪੜ੍ਹ ਸਕਦੇ ਹਾਂ, ਜਿਸ ਤਰ੍ਹਾਂ ਅਸੀਂ ਬਾਹਰ ਆਮ ਕਿਤਾਬਾਂ ਨੂੰ ਪੜ੍ਹਦੇ ਹਾਂ। ਇਸੇ ਵਾਸਤੇ ਅਸੀਂ ਆਮ ਤੌਰ ਦੇ ਉੱਤੇ ਬਾਹਰ ਤਾਂ ਕਿਤਾਬਾਂ ਦੇ ਉੱਤੇ ਜ਼ੋਰ ਦਿੰਦੇ ਹਾਂ, ਪੜ੍ਹਾਈ 'ਤੇ ਜ਼ੋਰ ਦਿੰਦੇ ਹਾਂ, ਲੇਕਿਨ ਜਿਸ 6 ਫੁੱਟ ਦੀ ਬਾਡੀ ਦੇ ਵਿੱਚੋਂ ਇਹ ਧਰਮ ਗ੍ਰੰਥ ਨਿਕਲੇ ਹੈ, ਔਰ ਉਸ ਨੂੰ ਅਸੀਂ ਕਦੇ ਵੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਕਦੇ ਨਹੀਂ ਸੋਚਿਆ ਕਿ ਇਹ ਮਹਾਂਪੁਰਸ਼ਾਂ ਨੇ ਗ੍ਰੰਥ ਲਿਖੇ ਹੈ, ਇਹ ਕਿਉਂ ਲਿਖੇ ਹੈ, ਕਾਹਦੇ ਵਾਸਤੇ ਲਿਖੇ ਹੈ। ਲੇਕਿਨ ਜੇ ਅਸੀਂ ਇਹਨਾਂ ਨੂੰ ਪੜ੍ਹ ਕੇ ਇਸੇ ਤਰ੍ਹਾਂ ਹੀ ਛੱਡ ਦਈਏ, ਕਬੀਰ ਸਾਹਿਬ ਕਹਿੰਦੇ ਆ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਈ। ਫਿਰ ਵੀ ਮੌਤ ਔਰ ਪੈਦਾਇਸ਼ ਦਾ, ਨਰਕ ਦਾ, ਸੁਰਗ ਦੀ ਆਸ ਸਾਡੇ ਅੰਦਰ ਲੱਗੀ ਰਹਿੰਦੀ ਹੈ। ਦਿਲ ਖੁਸ਼ੂ ਖੁਸ਼ੂ ਹੀ ਕਰਦਾ ਰਹਿੰਦਾ ਹੈ। ਮਹਾਤਮਾ ਕਹਿੰਦੇ ਹੈ, ਜੇ ਅਸੀਂ ਉਹਨਾਂ ਧਰਮ ਗ੍ਰੰਥਾਂ ਦਾ ਅਧਿਐਨ ਕਰਕੇ ਅੰਦਰ ਜਾਈਏ, ਜਿਸ ਤਰ੍ਹਾਂ ਕਿ ਉਹਨਾਂ ਮਹਾਤਮਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੈ, ਸ਼ਬਦ ਨਾਮ ਦੀ ਕਮਾਈ ਕੀਤੀ, ਉਹ ਪੂਰਨ ਹੋਏ। ਅਸੀਂ ਵੀ ਅਗਰ ਉਸੇ ਤਰ੍ਹਾਂ ਕਰੀਏ, ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਮ ਸੇ ਕਮ ਇਹਨਾਂ ਵੇਦਾਂ ਸ਼ਾਸਤਰਾਂ ਦੇ ਉੱਤੇ ਵੀ ਯਕੀਨ ਆਏਗਾ, ਔਰ ਉਹਨਾਂ ਮਹਾਤਮਾ ਦੇ ਉੱਤੇ ਵੀ ਯਕੀਨ ਆਏਗਾ ਕਿ ਜਿਨ੍ਹਾਂ ਨੇ ਲਿਖੇ ਹੈ ਕਿ ਵਾਕਿਆ ਹੀ ਉਹਨਾਂ ਦੀ ਚੜ੍ਹਾਈ ਠੀਕ ਸੀਗੀ। ਇਸ ਵਾਸਤੇ ਸਾਨੂੰ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਭੌ ਦੀ ਧਾਰ ਬੜੀ ਕਠਿਨ ਹੈ, ਔਰ ਬੜੀ ਔਖੀ ਹੈ, ਮੁਸ਼ਕਲ ਹੈ। ਔਰ ਜਦ ਅਸੀਂ ਉੱਪਰ ਚਲੇ ਜਾਂਦੇ ਹਾਂ, ਫਿਰ ਪਤਾ ਲੱਗਦਾ ਹੈ ਕਿ ਜਿਹੜੀ ਧਾਰ ਉਲਟ ਸੀ ਉਹ ਸਿੱਧੀ ਹੋ ਗਈ ਹੈ। ਜਿਸ ਤਰ੍ਹਾਂ ਮੱਛੀ ਮਾਰਗ ਮੈਂ ਦੱਸਦਾ ਆਇਆ ਸੀ, 4 ਕਿਸਮ ਦੀਆਂ ਚਾਲਾਂ ਸੁਰਤ ਅਖਤਿਆਰ ਕਰਦੀ ਹੈ। ਮੱਛੀ ਕੀ ਕਰਦੀ ਹੈ? ਉਹ ਚੜ੍ਹਾਈ ਦੀ ਆਸ਼ਕ ਹੁੰਦੀ ਹੈ। ਬੇਸ਼ੱਕ 50 ਫੁੱਟ ਦੀ ਬੁਲੰਦੀ ਤੋਂ ਧਾਰ ਥੱਲੇ ਨੂੰ ਪੈਂਦੀ ਹੋਵੇ, ਉਹ ਉੱਪਰ ਜਾ ਚੜ੍ਹਦੀ ਹੈ। ਇਸੇ ਤਰ੍ਹਾਂ ਸਾਡੀ ਸੁਰਤ ਨੂੰ ਕਿਹੜੀਆਂ ਚੀਜ਼ਾਂ ਇੱਥੇ ਅਟਕਾ ਰਹੀਆਂ ਹਨ? ਮੈਂ ਮੇਰੀ ਹੈ, ਹੋਰ ਕੌਮਾਂ ਮਜ਼੍ਹਬਾਂ ਦਾ ਪਿਆਰ ਹੈ, ਹੋਰ ਕਈ ਕਿਸਮ ਦੇ ਅਸੀਂ ਜਾਣਦੇ ਹਾਂ। ਜ਼ਿੰਦਗੀ ਦੇ ਅੰਦਰ ਕਿਤਨੀਆਂ ਸਾਨੂੰ ਅੜਚਣਾਂ ਪੈਰ ਪੈਰ 'ਤੇ ਆਉਂਦੀਆਂ ਹਨ। ਕਿਧਰੇ ਨੰਗ ਹੈ, ਕਿਧਰੇ ਭੁੱਖ ਹੈ, ਕਿਧਰੇ ਮੌਤ ਹੋ ਰਹੀ ਹੈ, ਰੋ ਰਹੇ ਹੈ, ਸਾਡੇ ਸਾਥੀ ਵਿਛੜ ਜਾਂਦੇ ਹੈ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਜਦ ਅਸੀਂ ਉੱਪਰ ਜਾਂਦੇ ਹਾਂ, ਫਿਰ ਪਤਾ ਲੱਗਦਾ ਹੈ ਕਿ ਜਿਹੜੀ ਧਾਰ ਉਲਟ ਵਹਿ ਰਹੀ ਸੀ, ਉਹ ਗੁਰੂ ਦੀ ਦਇਆ ਨਾਲ, ਪਿਆਰ ਨਾਲ ਉਹ ਸਿੱਧੀ ਹੋ ਗਈ ਹੈ ਜੀ। ਰੂਹ ਜੋਸ਼ ਵਿੱਚ ਆ ਕੇ ਕਹਿੰਦੀ ਹੈ ਕਿ ਮੇਰੀ ਨਾ ਪਤੀ ਨੇ ਮਦਦ ਕੀਤੀ, ਨਾ ਪਤਨੀ ਨੇ, ਨਾ ਕੌਮ ਨੇ, ਨਾ ਹੋਰ ਕਿਸੇ ਨੇ। ਅਗਰ ਅਮਦਾਦ ਕੀਤੀ, ਬਾਂਹ ਫੜੀ ਤੇ ਗੁਰੂ ਨੇ ਪਕੜੀ ਹੈ। ਇਸ ਵਾਸਤੇ ਆਪ ਕਹਿੰਦੀ ਹੈ, ਦਿਲ ਵਿੱਚ ਬੜਾ ਚਾਅ ਹੈ, ਜੋਸ਼ ਹੈ। ਜਦ ਅਸੀਂ ਭਜਨ ਕਰਕੇ ਅੰਦਰ ਜਾਂਦੇ ਹਾਂ, ਉਸ ਵੇਲੇ ਇਹ ਜੋਸ਼ ਖਰੋਸ਼ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ। ਸਾਨੂੰ ਸੱਚਾ ਪਿਆਰ, ਸੱਚੀ ਤੜਪ, ਸੱਚਾ ਯਕੀਨ ਆ ਜਾਂਦਾ ਹੈ ਕਿ ਵਾਕਿਆ ਹੀ ਜੋ ਕੁਛ ਗੁਰੂ ਬਤਾ ਰਹੇ ਹੈ, ਸੰਤ ਬਤਾ ਰਹੇ ਹੈ, ਇਹ ਸਹੀ ਹੈ, ਠੀਕ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਗੁਰੂ ਤੋਂ ਬਗੈਰ ਕੌਣ ਹੈ ਜੋ ਮਨ ਨੂੰ ਵਸ ਵਿੱਚ ਕਰਨ ਦੀ ਦਵਾਈ ਦੱਸੇ ਜਾਂ ਮਦਦ ਕਰੇ। ਇਸ ਵਾਸਤੇ ਮਨ ਜਿਹੜਾ ਹੈ, ਇਹ ਸਾਡਾ ਜਾਨੀ ਦੁਸ਼ਮਣ ਹੈ। ਮਹਾਤਮਾ ਸਾਨੂੰ ਦੱਸਦੇ ਹੈ, ਅਗਰ ਕੋਈ ਸਾਡਾ ਦੁਸ਼ਮਣ ਹੈ, ਉਹ ਸਾਡਾ ਮਨ ਹੈ। ਸੰਸਾਰ ਵਿੱਚ ਕੋਈ ਸਾਡਾ ਦੁਸ਼ਮਣ ਨਹੀਂ ਗਾ। ਮਹਾਤਮਾ ਸਾਨੂੰ ਦੱਸਦੇ ਹੈ
कि मन जीता जगजीत। गुरु नानक देव जी महाराज कहते हैं, अगर असी आपके मन को जित लेने हैं, इस ते फतेह हासिल कर लेने हैं, असी जिसने जग ਨੂੰ जीवन दिता है उस उत्ते फतेह हासिल कर लेने हैं, अपनी जित प्राप्त कर लेने हैं। सो महात्मा दसते हैं कि मन जिहड़ा है ये जितना कोई आसान नहीं गा। बड़ा बड़ा ऋषियां मुनिया ने तप किया, किसी ने 88,000 बरस, किसी ने 60,000 बरस तप किया, लेकिन आखिर हड्डियां का ढेर हो गए। ये नहीं कि वह महात्मा बुरे सन या ऋषि मुनि बुरे सन, उन्होंने बड़ियां मेहनतां कीतियां, लेकिन पूरा गुरु ना मिलिया, पूरा रस्ता ना मिलिया। इस वास्ते वो मन के धोखे विच आ गए। प्यारिओ, अज असी पुराणा के अंदर उन्हां दीयां कथा कहानियां पढ़ते हैं, लेकिन इसका मतलब ये नहीं कि वो एक बारी डिगे मुड़ के वो कामयाब नहीं होएगे। नहीं, पूरे गुरु तो बगैर वो कामयाब ना हो सके। अगर असी कामयाब होना है, जरूरी है कि सानू पहला पूरे गुरु तो नामदान शब्द का भेद लेना पैंदा है। फिर जिस तरह वो दसदा है उवें करना बड़ा जरूरी हुंदा है। महाराज सावन सिंह कहंदे हुंदे सीगे, अगर असी दवाई डॉक्टर तो लिया के आले विच रख दईए, अलमारी विच रख दईए, तुसीं सोच के देख सकते हो, ना सानू डॉक्टर ते यकीन आ सकता है, ना उस दवाई ते ही आ सकता है। हुण मरीज जिहड़ा है वो बिस्तरे च बैठा गालां कढ़ रहा है डॉक्टर नूं, लेकिन डॉक्टर का की कसूर है, दवाई का की कसूर है। चंगा हुंदा जिस प्यार नाल तड़फ नाल वो दवाई लियाया सी, उसे असूल के मुताबक परहेज के मुताबक वो उस दवाई नूं इस्तेमाल करदा, वो बीमारी तो छुटकारा पाउंदा और तंदुरुस्ती की मौज माणदा। यही हालत साडी है। जो संत सतगुरु सानू दसदे है कि तुहाडा जानी दुश्मन जो है वो मन है। सब तो पहला सानू मन की नेचुरल आदत के मुताबक सोचना पएगा कि मन किस तरह वस आएगा। सानू पता है कि मन जिहड़ा है ये लज्जत दा आशिक है और असां कसां दा ये आशिक है। आपां जिसदी भी सोबत करांगे ਉਹਦਾ असर अपने मन के उत्ते सुभाविक ही हो जाता है। शराबियां कबाबियां की सभा में जावांगे, बैठांगे, शराब कबाब खाण पीण की आदत पै जाएगी। जुए बाजां की सोबत करांगे, जुआ खेडण की आदत पै जाती है। ये सुभाविक ही है कि जैसी संगत वैसी रंगत। अगर असी साधु संतां महात्मा की संगत और सोबत दे विच बैठांगे तो साडे भुल्लड़ मन नूं भी किते ना किते चोट लगेगी। पता नहीं महात्मा दे किस लफ्ज ने साड़ी जिंदगी पलट देनी है। असी भी शब्द नाम की कमाई करन लग जाएंगे। अज ताईं जिसने भी कमाई की, जिसने भी आपदी आत्मा नूं मन दे पंजे तो आजाद किया है, उसने शब्द दी नाम की कमाई दे नाल ही कीता है। महात्मा सानू दसदे है कि जिहड़ा साडा मन है ये ब्रह्म दी अंश है। ये छोटी जी ताकत नहीं गी, ये ब्रह्म दा कमांडर इन चीफ है। लेकिन ये भी अपने घर तो भुल गया है। जिस तरह साडी आत्मा सचखंड नूं भुल के इस दुनिया नूं ही खसम खसाई सब कुछ समझ बैठी है, सच्चाई दुनिया नूं ही समझदी है। यही हालत साडे मन दी है। महात्मा सानू दसदे है सानू मन नूं की करना है कि सब तो पहला इसके टिकाणे ते पहुँचाउणा है। इसका टिकाणा ब्रह्म है। साडी आत्मा के उपर पहला स्थूल पड़दा है, इस दे अंदर सूक्ष्म है। जद असीं कारण पढ़दे दे सिखर ते जा वड़ते हैं, ब्रह्म के सिखर ते जा वड़ते हैं, ये मन वस विच आ जाता है। जो हिरन की तरह दौड़ता है, इनू आपदे टिकाणे का ज्ञान हो जाता है। यही मन जो चलाकियां मारदा है, दुश्मनी करता है, विषय विकारां दे विच प्रेरदा है, ये साडा मित्र बन जाता है, दोस्त बन जाता है। इस वास्ते महात्मा सानू दसदे है सब तो पहला इस नूं वो संगत सोबत देनी है जिहदे नाल इस ते असर हुंदा है। और इस वास्ते कहने लगे फिर जरूरी है कि इसनूं नाम दा रस, शब्द दा रस देना है जी। जिन्ना महात्मा दी अखां खुलियां है वो अपनी बाणी च लिखते हैं कि पता नहीं असी कितने करोड़
ਇੱਥੇ ਜਨਮ ਧਾਰਨ ਕੀਤੇ ਹੈ। ਕਦੇ ਪਸ਼ੂ ਹੈ, ਕਦੇ ਪੰਛੀ ਹੈ, ਕਦੇ ਇਨਸਾਨ ਹੈ, ਹਵਾਨ ਹੈ, ਪਤਾ ਨਹੀਂ ਕਿਤਨੀਆਂ ਕੁ ਪਤਨੀਆਂ ਹਰ ਜਾਮੇ 'ਚ ਅਸੀਂ ਬਣਾਉਂਦੇ हैं, ਕਿੰਨੇ ਪਤੀ ਬਣਾਉਂਦੇ हैं, ਕਿੰਨੇ ਬਾਲ ਬੱਚੇ ਬਣਾਉਂਦੇ हैं। ਸਾਨੂੰ ਇਹ ਵੀ ਯਾਦ ਨਹੀਂ ਕਿ ਅਸੀਂ ਪਿੱਛੇ ਕਿੱਥੇ ਜਨਮੇ ਸੈਂ, ਕੀ ਸਾਡੇ ਬੱਚੇ ਕਿਤਨੇ ਸਨ। ਜਦ ਉਹਨਾਂ ਦੀ ਯਾਦ ਨਹੀਂ ਜਿਨ੍ਹਾਂ ਦੇ ਵਿੱਚ ਅਸੀਂ ਅੱਜ ਬੈਠੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਮੁਹੱਬਤ ਪਾ ਕੇ ਆਪਣੇ ਘਰ ਨੂੰ ਭੁੱਲੇ ਬੈਠੇ ਹਾਂ, ਕਿ ਇਹ ਸਾਡੇ ਕਿਸ ਤਰ੍ਹਾਂ ਯਾਦ ਰਹਿ ਜਾਣਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ, ਕਰੋੜਾਂ ਜਨਮ ਹੋ ਗਏ ਸਾਨੂੰ ਇਸ ਭਰਮ ਦੇ ਵਿੱਚ ਚੱਕਰ ਖਾਂਦਿਆਂ ਨੂੰ 84 ਦੇ ਅੰਦਰ। ਮੌਤ ਹੈ, ਪੈਦਾਇਸ਼ ਹੈ, ਪੈਦਾਇਸ਼ ਹੈ, ਫਿਰ ਮੌਤ ਹੈ। ਇਸ ਵਾਸਤੇ ਆਪ ਕਹਿਣ ਲੱਗੇ, ਕਾਹੂ ਨਾ ਮੇਰੀ ਆ ਕੇ ਬਾਹਾਂ ਫੜੀ, ਮੇਰੀ ਕਿਸੇ ਨੇ ਇਮਦਾਦ ਨਾ ਕੀਤੀ। ਕਿਆ ਮੈਨੂੰ ਕਿਸੇ ਨੇ ਰਸਤਾ ਨਾ ਦੱਸਿਆ ਜਿਸ ਘਰੋਂ ਮੇਰੀ ਆਤਮਾ ਆਈ ਸੀ। ਅਗਰ ਪਕੜੀ ਮਦਦ ਕੀਤੀ ਤਾਂ ਉਹ ਗੁਰੂ ਨੇ ਕੀਤੀ। ਪਿਆਰਿਓ, ਮੈਂ ਦੱਸਦਾ ਹੁੰਦਾ ਹੈ ਕਿ ਸੰਤ ਸਤਿਗੁਰੂ ਨਾ ਤਾਂ ਸਾਡੀ ਪਹਿਲੀ ਕੌਮ ਤੋੜਦੇ ਹੈ, ਨਾ ਉਹ ਨਵੀਂ ਬਣਾਉਂਦੇ ਹੈ, ਨਾ ਉਹ ਸਾਡੇ ਬੋਲੇ ਹੀ ਬਦਲਦੇ ਹੈ, ਨਾ ਸਾਡੇ ਕੱਪੜੇ ਖਾਸ ਕਿਸਮ ਦੇ ਪਵਾਉਂਦੇ ਹੈ। ਉਹ ਤਾਂ ਸਾਨੂੰ ਇਹ ਦੱਸਦੇ ਹੈ ਕਿ ਤੁਸੀਂ ਆਪੋ ਆਪਣੀਆਂ ਕੌਮਾਂ ਵਿੱਚ ਰਹੋ, ਆਪੋ ਆਪਣੇ ਮਜ਼ਹਬਾਂ ਵਿੱਚ ਰਹੋ, ਔਰ ਆਪੋ ਆਪਣੇ ਤੁਸੀਂ ਬੋਲੇ ਬੋਲੋ। ਜੋ ਵੀ ਸਮਾਜ ਦਾ ਤੁਹਾਡਾ ਰਾਹ ਰੀਤ ਹੈ ਬੜੇ ਸ਼ੌਕ ਨਾਲ ਤੁਸੀਂ ਕਰੋ। ਲੇਕਿਨ ਜੋ ਅਸੀਂ ਤੁਹਾਨੂੰ ਦੱਸਦੇ ਹਾਂ ਸ਼ਬਦ ਨਾਮ ਦੀ ਕਮਾਈ ਦਾ, ਇਹ ਤੁਸੀਂ ਤੜਕੇ ਉੱਠੋ, 2-3 ਘੰਟੇ ਲਾਓ ਔਰ ਆਪਣੇ ਘਰ ਪਹੁੰਚ ਜਾਓ। ਤੁਸੀਂ ਗ੍ਰਸਤ ਦੇ ਵਿੱਚ ਰਹਿੰਦੇ ਹੋਏ ਇਹ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਭਗਤੀ ਕਰ ਸਕਦੇ ਹੋ। ਜਿਸ ਪਰਵਜ ਵਾਸਤੇ ਇਨਸਾਨ ਦਾ ਜਾਮਾ ਮਿਲਿਆ ਹੈ ਉਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਕਹੋ ਨਾਨਕ ਗੁਰ ਪੂਰਾ ਭੇਟਿਆ, ਪ੍ਰਵਾਨ ਗ੍ਰਸਤ ਉਦਾਸ। ਸਵਾਲ ਮਨ ਨੂੰ ਮੋੜਨ ਦਾ ਹੈ। ਸੱਚਾਈ ਤੇ ਇਹ ਹੁੰਦੀ ਹੈ ਕਿ ਅਸੀਂ ਅਗਰ ਦੁਨੀਆ ਨੂੰ ਤਿਆਗਦੇ ਹਾਂ, ਤੁਸੀਂ ਦੇਖ ਲਓ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਹਰਿਦੁਆਰ ਦੇ ਉੱਤੇ ਜਾ ਕੇ, ਹੋਰ ਵੀ ਬੜੇ ਬੜੇ ਤੀਰਥਾਂ ਦੇ ਉੱਤੇ ਜਾ ਕੇ ਦੇਖਦੇ ਹਾਂ ਕਿ ਤੁਹਾਨੂੰ ਬਹੁਤ ਸਾਰੇ ਆਦਮੀ, ਬਹੁਤ ਸਾਰੇ ਸਾਧੂ, ਭੇਖੀ ਇਸ ਤਰ੍ਹਾਂ ਮਿਲ ਜਾਣਗੇ ਕਿ ਜਿਨ੍ਹਾਂ ਦਾ ਘਰ-ਬਾਰ ਤਾਂ ਛੱਡਿਆ ਹੁੰਦਾ ਹੈ, ਲੇਕਿਨ ਦੂਸਰੇ ਦੇ ਕੋਲੋਂ ਜਾ ਕੇ ਉਹ ਪੈਸਾ, ਕੱਪੜਾ, ਰੋਟੀ ਵਾਸਤੇ ਹੱਥ ਫੈਲਾਉਂਦੇ ਹੈ ਕਿ ਸਾਨੂੰ ਰੱਬ ਦੇ ਨਾਂ ਦੇ ਉੱਪਰ ਦਿਓ। ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਇੱਕ ਘਰ ਤਿਆਗਿਆ, ਬਾਹਰ ਕਿੰਨੇ ਘਰਾਂ ਦੀ ਚੌਕੀਦਾਰੀ ਕਰਨੀ ਪਈ ਉਹਨਾਂ ਨੂੰ, ਕਿਤਨੇ ਦੇ ਅੱਗੇ ਹੱਥ ਫੈਲਾਉਣਾ ਪਿਆ। ਇੱਕ ਬੀਵੀ ਦੀਆਂ ਰੋਟੀਆਂ ਛੱਡੀਆਂ, ਖਾਣਾ ਛੱਡਿਆ, ਅਨੇਕਾਂ ਬੀਵੀਆਂ ਦੇ ਅੱਗੇ ਜਾ ਕੇ ਹੱਥ ਫੈਲਾਉਣਾ ਪਿਆ। ਕਿ ਕੱਪੜਾ ਘਰੇ ਛੱਡ ਦਿੱਤਾ, ਆਪਦੀ ਕਮਾਈ ਛੱਡ ਦਿੱਤੀ, ਆਲਸ ਪੈਦਾ ਕਰ ਲਿਆ। ਗਾਹਾਂ ਜਾ ਕੇ ਕਿ ਤਨ ਨੂੰ ਕੱਪੜੇ ਦੀ ਲੋੜ ਨਹੀਂ ਪੈਂਦੀ ਗੀ, ਕੱਪੜੇ ਦੀ ਲੋੜ ਵੀ ਪੈਂਦੀ ਹੈ। ਇਸ ਵਾਸਤੇ ਆਪ ਕਹਿੰਦੇ ਹੈ ਅੱਜ ਅੰਨ ਦੀ ਖੁਰਾਕ ਵੀ ਸਾਡੇ ਜਿਸਮ ਨੂੰ ਚਾਹੀਦੀ ਹੈ, ਉਹ ਉਸ ਦੀ ਵੀ ਲੋੜ ਪੈਂਦੀ ਹੈ। ਇਹਨੂੰ ਢੱਕਣ ਵਾਸਤੇ ਕੁੱਲੀ, ਜੁੱਲੀ ਸਭ ਕਾਹੇ ਦੀ ਲੋੜ ਪੈਂਦੀ ਹੈ। ਇਸ ਵਾਸਤੇ ਮਹਾਤਮਾ ਸਾਨੂੰ ਕਹਿੰਦੇ ਆ, ਤੁਸੀਂ ਦੇਖ ਲਓ ਉਹਨਾਂ ਦੀ ਹਾਲਤ ਗ੍ਰਸਤੀਆਂ ਨਾਲੋਂ ਵੀ ਭੈੜੀ ਹੋ ਜਾਂਦੀ ਹੈ। ਗ੍ਰਸਤੀ ਨੂੰ ਸਭ ਕੁਝ ਮੁਹੱਈਆ ਹੁੰਦਾ ਹੈ, ਉਹ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ। ਅਗਰ ਕਿਸੇ ਚੀਜ਼ ਦੀ ਉਹਨੂੰ ਚਾਹਨਾ ਹੈ ਤਾਂ ਉਹ ਕਮਾਈ ਕਰਦਾ ਹੈ, ਉਸ 'ਚੋਂ ਪੂਰੀ ਕਰ ਸਕਦਾ ਹੈ। ਲੇਕਿਨ ਜਿਹਦੇ ਕੋਈ ਕਮਾਈ ਦਾ ਸਾਧਨ ਨਹੀਂਗਾ, ਉਹ ਕਿੱਥੋਂ ਪੂਰੀਆਂ ਕਰੇਗਾ? ਜਾਂ ਤਾਂ ਚੋਰੀ ਕਰੇਗਾ, ਜਾਂ ਕੋਈ ਹੋਰ ਪੱਧਰ ਕਰੇਗਾ, ਜਾਂ ਲੋਕਾਂ ਤੋਂ ਮੰਗੇਗਾ। ਮਹਾਤਮਾ ਸਾਨੂੰ ਦੱਸਦੇ ਆ ਉਹ ਤਿਆਗੀ ਨਹੀਂ, ਉਹ ਤਾਂ ਗ੍ਰਸਤੀਆਂ ਨਾਲੋਂ ਵੀ ਭੈੜੇ ਹੋਏ ਬੈਠੇ ਹੈ। ਨਾ ਉਹ ਤਿੱਤਰ ਰਹੇ, ਨਾ ਉਹ ਬਟੇਰੇ ਬਣੇ ਹੈ, ਨਾ ਗ੍ਰਸਤੀਆਂ ਦੇ ਵਿੱਚ ਰਹੇ, ਨਾ ਉਹ ਸਾਧੂਆਂ ਦੇ ਵਿੱਚ ਰਹੇ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਕਹਿੰਦੇ ਹੈ ਕਿ ਤਿਆਗਣਾ, ਤਿਆਗਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗਣਾ। ਤਿਆਗਣ ਵਾਲੀਆਂ ਤੇ 5 ਚੀਜ਼ਾਂ ਸੀ। ਕਾਮ ਨੂੰ ਛੱਡ ਦਿਓ, ਕ੍ਰੋਧ ਨੂੰ ਛੱਡ ਦਿਓ, ਔਰ ਲੋਭ ਨੂੰ ਛੱਡ ਦਿਓ, ਹੰਕਾਰ ਨੂੰ ਛੱਡ ਦਿਓ, ਮੋਹ ਨੂੰ ਛੱਡ ਦਿਓ। ਇਹ ਚੀਜ਼ਾਂ ਹੀ ਸਾਨੂੰ ਪਰੇਸ਼ਾਨ ਕਰਦੀਆਂ ਹਨ। ਆਪ ਕਹਿਣ ਲੱਗੇ, ਦੇਸ਼ ਛੋੜ ਪ੍ਰਦੇਸੇ ਧਾਇਆ। ਪਿੰਡ ਛੱਡ ਦਿੱਤਾ, ਘਰ ਛੱਡ ਦਿੱਤਾ, ਪ੍ਰਦੇਸ਼ ਦੇ ਵਿੱਚ ਚਲਿਆ ਗਿਆ ਹੈ। ਆਪ ਕਹਿੰਦੇ 5 ਚੰਡਾਲ ਨਾਲੇ ਲੈ ਆਇਆ। ਜਿਨ੍ਹਾਂ ਦਾ ਤਿਆਗਨ ਕਰਨਾ ਸੀ ਉਹ ਤਾਂ ਹਮੇਸ਼ਾ ਸਾਥ ਹੀ ਹੈ। ਸੋ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਬੜੇ ਹੀ ਯੁੱਗ ਬੀਤ ਗਏ ਹੈ, ਅੱਜ ਤੱਕ ਮੇਰੀ ਕਿਸੇ ਵੀ ਬਾਂਹ ਨਾ ਫੜੀ, ਅਗਰ ਪਕੜੀ ਤੇ ਗੁਰੂ ਨੇ ਪਕੜੀ ਹੈ। ਹੁਣ ਤੁਸੀਂ ਦੇਖ ਲਓ, ਜਿਹੜਾ ਮਹਾਤਮਾ ਸਾਡੇ ਕੋਈ ਕੌਮ ਨਾ ਬਦਲਾਵੇ, ਆਪਣਾ ਬੋਝਾ ਸਾਡੇ ਤੇ ਨਾ ਸਿੱਟੇ, ਉਹ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਦਾ ਪੇਟ ਪਾਲਦਾ ਹੋਏ। ਅੱਜ ਤਾਈਂ ਜਿਤਨੇ ਵੀ ਰੂਹਾਨੀਅਤ ਦੇ ਮਹਾਤਮਾ ਹੋਏ ਆ, ਕਦੇ ਵੀ ਸੰਗਤ ਦੇ ਉੱਤੇ, ਆਪਣੀ ਸੁਸਾਇਟੀ ਦੇ ਉੱਤੇ ਉਹ ਬੋਝਾ ਬਣ ਕੇ ਨਹੀਂ ਆਉਂਦੇਗੇ। ਚਾਹੇ ਉਹ ਤਾਣਾ ਹੋਣ, ਚਾਹੇ ਉਹ ਖੇਤੀ ਕਰਨ, ਜਾਂ ਮਜ਼ਦੂਰੀ ਕਰਨ, ਜਾਂ ਕੋਈ ਦੁਕਾਨਦਾਰੀ ਕਰਨ,
ਉਹ ਆਪਣਾ ਪਰਵਿਸ਼ ਕਰਦੇ ਹੈ, ਸਾਧ ਸੰਗਤ ਦੀ ਮੁਫਤ ਸੇਵਾ ਕਰਦੇ ਹੈ। ਸਚਾਈ ਤੇ ਇਹ ਹੁੰਦੀ ਹੈ ਕੋਈ ਆਪਣੀ ਕਮਾਈ ਵਿੱਚੋਂ ਲੰਗਰ ਵਿੱਚ ਵੀ ਪਾਉਂਦੇ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ, ਅਗਰ ਐਸੇ ਮਹਾਤਮਾ ਤੋਂ ਜਿਹੜੇ ਕਿ ਪ੍ਰਮਾਤਮਾ ਦੀ ਤਰਫੋਂ ਹੀ ਆਤਮਾ ਦੀ ਸੇਵਾ ਮੁਫਤ ਦੇ ਵਿੱਚ ਕਰਨ ਵਾਸਤੇ ਆਏ ਹੋਣ, ਅਸੀਂ ਫਾਇਦਾ ਨਾ ਉਠਾਈਏ, ਇਦੋਂ ਵੱਧ ਸਾਡਾ ਕੀ ਭੁੱਲ ਹੋਏਗੀ, ਕੀ ਅਸੀਂ ਗਲਤੀ ਕਰ ਰਹੇ ਹੋਵਾਂਗੇ। ਮਹਾਤਮਾ ਸਾਨੂੰ ਦੱਸਦੇ ਹੈ, ਸਾਡਾ ਇਤਿਹਾਸ ਦੱਸਦਾ ਹੈ ਕਿ ਅੱਜ ਤਾਈਂ ਸੰਤਾਂ ਦੇ ਸੇਵਕਾਂ ਨਾਲ ਜਾਂ ਮਹਾਤਮਾ ਦੇ ਨਾਲ ਕਿਸੇ ਨੇ ਅੱਛਾ ਸਲੂਕ ਨਹੀਂ ਕੀਤਾਗਾ। ਇਤਿਹਾਸ ਦੱਸਦਾ ਹੈ ਕਿ ਕਿਸ ਤਰ੍ਹਾਂ ਹਜ਼ਰਤ ਈਸਾ ਨੂੰ ਕੰਡਿਆਂ ਦਾ ਤਾਜ ਪਹਿਨਾਇਆ ਗਿਆ, ਬਲਕਿ ਉਹ ਕੰਡਿਆਂ ਨੂੰ ਸਿਰ ਦੇ ਉੱਤੇ ਕੁੱਟਿਆ ਗਿਆ, ਔਰ ਗੁਰੂ ਨਾਨਕ ਨੂੰ ਚੱਕੀਆਂ ਪਿਹਾਈਆਂ ਗਈਆਂ। ਉਹਨਾਂ ਨੂੰ ਇਹ ਕਿਹਾ ਤੁਹਾਨੂੰ ਅੱਛਾ ਬੋਲਣਾ ਹੀ ਨਹੀਂ ਆਉਂਦਾਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਗੈਰ ਮਨੁੱਖੀ ਤਸੀਹੇ ਉਹਨਾਂ ਨੂੰ ਵੀ ਦਿੱਤੇ ਗਏ, ਤੱਤੇ ਤਵੇ ਤੇ ਬਿਠਾ ਦਿੱਤਾ, ਉਬਲਦੀ ਦੇਗ ਵਿੱਚ ਬਿਠਾ ਦਿੱਤਾ। ਇਦੋਂ ਵੱਧ ਹੋਰ ਕੀ ਤਸੀਹੇ ਹੋ ਸਕਦੇ ਹੈ। ਹੋਰ ਬਹੁਤ ਸਾਰੇ ਮਹਾਤਮਾ ਦੀ ਹਿਸਟਰੀ ਸਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਦਿੱਤੇ, ਲੇਕਿਨ ਉਹਨਾਂ ਮਹਾਤਮਾ ਨੇ ਜਵਾਬ ਦੇ ਵਿੱਚ ਕੀ ਕਿਹਾ? ਜਦ ਮਨਸੂਰ ਦੀਆਂ ਅੱਖਾਂ ਕੱਢੀਆਂ, ਉਹਨੂੰ ਸੂਲੀ ਤੇ ਚੜ੍ਹਨ ਲੱਗੇ, ਉਹਨਾਂ ਨੇ ਇਹ ਹੀ ਕਿਹਾ ਕਿ ਪਰਮਾਤਮਾ ਇਹ ਮੈਨੂੰ ਪਛਾਣ ਨਹੀਂ ਰਹੇ, ਮੈਂ ਇਹਨਾਂ ਵਾਸਤੇ ਕਿੰਨੀ ਹਮਦਰਦੀ ਰੱਖਦਾ ਹਾਂ। ਇਸੇ ਤਰ੍ਹਾਂ ਕੁਰੈਸ਼ ਨੇ ਕਿਹਾ ਸੀਗਾ ਕਿ ਹੇ ਪਰਮਾਤਮਾ ਤੂੰ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਜ਼ੁਲਮ ਕਰ ਰਹੇ ਹਾਂ ਆਪਣੇ ਆਪ ਨਾਲ। ਹੁਣ ਤੁਸੀਂ ਦੇਖ ਲਓ, ਮਹਾਤਮਾ ਫਿਰ ਵੀ ਸਾਡੇ ਵਾਸਤੇ ਅਰਦਾਸ ਕਰਦੇ ਆ ਪਰਮਾਤਮਾ ਦੇ ਅੱਗੇ ਕਿ ਤੂੰ ਇਹਨਾਂ ਨੂੰ ਬਖਸ਼ ਦੇ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਮੇਰੀ ਅਗਰ ਬਾਂਹ ਪਕੜੀ 84 ਚੋਂ ਕੱਢਿਆ ਤਾਂ ਮੈਨੂੰ ਮੇਰੇ ਗੁਰੂ ਨੇ ਕੱਢਿਆ ਹੈ ਜੀ। ਆਪ ਕਹਿਣ ਲੱਗੇ 84 ਦੇ ਵਿੱਚ ਚੱਕਰ ਲਾ ਰਹੇ ਸਾਂ, ਦੁਖੀ ਹੋ ਰਹੇ ਸਾਂ, ਉਹ ਪਰਮਾਤਮਾ ਨੇ ਦਇਆ ਕੀਤੀ, ਅਪਾਰ ਕਿਰਪਾ ਕੀਤੀ, ਗੁਰੂ ਨਾਲ ਮਿਲਾਪ ਕੀਤਾ। ਗੁਰੂ ਨੇ ਦਇਆ ਕਰਕੇ ਸਾਨੂੰ ਸ਼ਬਦ ਨਾਮ ਦੇ ਨਾਲ ਜੋੜ ਦਿੱਤਾ ਹੈ। ਇਹੀ 84 ਚੋਂ ਨਿਕਲਣ ਦਾ ਸਾਧਨ ਔਰ ਤਰੀਕਾ ਹੈ। ਕਿਹਦੀ ਦਇਆ ਹੋਈ? ਉਹ ਪਰਮਾਤਮਾ ਪ੍ਰਭੂ ਦੀ ਦਇਆ ਹੋਈ। ਗੁਰੂ ਕੋਲੇ ਉਹਨੇ ਭੇਜਿਆ, ਗੁਰੂਆਂ ਨੇ ਸੰਤਾਂ ਨੇ ਦਇਆ ਕੀਤੀ, ਸਾਨੂੰ ਮੁਫਤ ਦੇ ਵਿੱਚ ਸ਼ਬਦ ਨਾਮ ਦਾ ਭੇਦ ਦੇ ਦਿੱਤਾ। ਮੈਂ ਉੱਪਰ ਦੱਸ ਕੇ ਆਇਆ ਸੀਗਾ ਕਿ ਜਿਸ ਤਰ੍ਹਾਂ ਸੂਰਜ ਰੋਸ਼ਨੀ ਮੁਫਤ ਦਿੰਦਾ ਹੈ ਔਰ ਹਵਾ ਮੁਫਤ ਦੇ ਵਿੱਚ ਹੀ ਪਰਮਾਤਮਾ ਦਿੰਦਾ ਹੈ। ਮਹਾਤਮਾ ਵੀ ਆਪਣੀ ਤਾਲੀਮ ਦੀ ਕੋਈ ਕਿਸੇ ਤੋਂ ਫੀਸ ਨਹੀਂ ਚਾਰਜ ਕਰਦੇ ਗੇ, ਉਹ ਵੀ ਆਪਣੀ ਤਾਲੀਮ ਸਭ ਨੂੰ ਮੁਫਤ ਦੇ ਵਿੱਚ ਵੰਡਣ ਵਾਸਤੇ ਆਉਂਦੇ ਹੈ। ਲੇਕਿਨ ਸਾਨੂੰ ਪਤਾ ਹੀ ਹੈ ਕਿ ਅੱਛੀ ਚੀਜ਼ ਦੇ ਕੋਈ ਗਾਹਕ ਘੱਟ ਹੀ ਮਿਲਦੇ ਹੈ ਔਰ ਬਹੁਤ ਥੋੜੇ ਮਿਲਦੇ ਹੈ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਹੈ, ਨਾਮ ਰਤਨ ਧਨ ਕੋਠੜੀ ਖਾਨ ਖੁੱਲੀ ਕਟ ਮਾਹੇ ਸੇਤ ਮੇਤ ਹੀ ਦੇਤ ਹੂੰ ਗਾਹਕ ਕੋਈ ਨਾਹੇ। ਕਹਿਣ ਲੱਗੇ ਮੇਰੇ ਅੰਦਰ ਹਰ ਜੀਵ ਵਾਸਤੇ ਖਾਨ ਖੁੱਲੀ ਹੋਈ ਹੈ ਜਿਹੜੀ ਕਦੇ ਮੁੱਕ ਨਹੀਂ ਰਹੀ। ਇਤਨਾ ਨਾਮ ਦਾ ਭੰਡਾਰ ਹੈ ਲੇਕਿਨ ਕੋਈ ਗਾਹਕ ਨਹੀਂ ਗਾ। ਇਸ ਵਾਸਤੇ ਕਹਿਣ ਲੱਗੇ, ਤੁਲਸੀ ਸਾਹਿਬ ਨੇ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਕੋਈ ਵਿਲਾਇਤ ਦੇ ਅੰਦਰੋਂ ਮੇਵਾ ਭਰ ਕੇ ਹਿੰਦੁਸਤਾਨ ਦੇ ਅੰਦਰ ਲੈ ਆਉਂਦਾ ਹੈ, ਇੱਥੇ ਆ ਕੇ ਉਹ ਮੇਵੇ ਦਾ ਮੁੱਲ ਸਾਨੂੰ ਪਤਾ ਹੈ ਕਿ ਬੜੀ ਦੂਰ ਦਾ ਮੇਵਾ ਹੈ, ਅੱਛਾ ਮੇਵਾ ਹੈ। ਜਦ ਉਹਦੇ ਫਾਇਦੇ ਦੱਸ ਕੇ ਉਹ ਮੁੱਲ ਕਰਦਾ ਹੈ, ਬਹੁਤ ਥੋੜੇ ਗਾਹਕ ਮਿਲਦੇ ਹੈ, ਸਭ ਸਿਰ ਹਿਲਾ ਕੇ ਉੱਠ ਜਾਂਦੇ ਹੈ ਕਿ ਇਹ ਤਾਂ ਮੇਵਾ ਬੜਾ ਮਹਿੰਗਾ ਦਿੰਦੇ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਮਾਲਕ ਦੇ ਪਿਆਰੇ ਜਦ ਨਾਮ ਦੇ ਮੇਵੇ ਦੀ, ਸ਼ਬਦ ਦੇ ਮੇਵੇ ਦੀ ਆ ਕੇ ਮਹਿਮਾ ਗਾਉਂਦੇ ਹੈ ਔਰ ਇਹ ਵੀ ਕਹਿੰਦੇ ਆ, ਦੇਖ ਪਿਆਰਿਆ ਤਨ ਮਨ ਧਨ ਤੈਨੂੰ ਕੁਰਬਾਨ ਕਰਨਾ ਪਏਗਾ, ਹਰ ਪਾਸੋਂ ਖਿਆਲ ਨੂੰ ਛੱਡ ਕੇ ਗੁਰੂ ਨੂੰ ਪਕੜਨਾ ਪਏਗਾ। ਇਹੀ ਸਾਡੇ ਲੋਕਾਂ ਨੂੰ ਮੁਸ਼ਕਿਲ ਹੈ ਕਿਉਂਕਿ ਸੰਤ ਮਹਾਤਮਾ ਨਾ ਤਾਂ ਸਾਥੋਂ ਤਨ ਮੰਗਦੇ ਆ, ਨਾ ਧਨ ਮੰਗਦੇ ਹੈ ਔਰ ਨਾ ਉਹ ਸਾਡੇ ਕਿਸੇ ਚੀਜ਼ ਦੇ ਭੁੱਖੇ ਹੁੰਦੇ ਹੈ। ਲੇਕਿਨ ਇਹ ਸਭ ਕੁਝ ਸੇਵਕ ਦੇ ਫਾਇਦੇ ਵਾਸਤੇ ਕਿਹਾ ਜਾਂਦਾ ਹੈ, ਕਿਉਂਕਿ ਅਗਰ ਅਸੀਂ ਸਤਿਗੁਰੂ ਦੇ ਪ੍ਰਤੀਨਿਧ ਬਣ ਕੇ ਕੋਈ ਕਾਰੋਬਾਰ ਕਰਾਂਗੇ, ਕਰਿੰਦੇ ਬਣ ਕੇ ਕਰਾਂਗੇ, ਤਾਂ ਫਿਰ ਅਸੀਂ ਅਗਰ ਘਾਟਾ ਹੈ ਤਾਂ ਵੀ ਗੁਰੂ ਦਾ ਹੈ, ਵਾਧਾ ਤਾਂ ਵੀ ਗੁਰੂ ਦਾ ਹੈ। ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ
ਅਗਰ ਅਸੀਂ ਗੁਰੂ ਦਾ ਧਨ ਸਮਝਾਂਗੇ ਕਿ ਅਸੀਂ ਬੁਰੇ ਪਾਸੇ ਸ਼ਰਾਬਾਂ ਕਬਾਬਾਂ 'ਚ ਜਾਂ ਜੂਏ 'ਚ ਜਾ ਕੇ ਉਸ ਦੀ ਵਰਤੋਂ ਕਰ ਹੀ ਨਹੀਂ ਸਕਦੇਗੇ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਗੁਰੂ ਦਾ ਦਿੱਤਾ ਹੋਇਆ, ਸਾਡੇ ਗੁਰੂ ਨੂੰ ਅਸੀਂ ਦੇ ਚੁੱਕੇ ਹਾਂ। ਅਗਰ ਤਨ ਨੂੰ ਅਸੀਂ ਗੁਰੂ ਦਾ ਸਮਝਾਂਗੇ, ਉਹਦੀ ਅਮਾਨਤ ਸਮਝਾਂਗੇ, ਅਸੀਂ ਇਹਦੇ ਨਾਲ ਕੋਈ ਭੈੜਾ ਖੋਟਾ ਕਰਮ ਕਰ ਹੀ ਨਹੀਂ ਸਕਦੇਗੇ। ਅਗਰ ਮਨ ਗੁਰੂ ਦਾ ਸਮਝਾਂਗੇ, ਅਸੀਂ ਇਹਦੇ ਨਾਲ ਕੋਈ ਫੁਰਨਾ ਦੁਨੀਆ ਦਾ ਸੋਚ ਹੀ ਨਹੀਂ ਸਕਦੇਗੇ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪ ਕਹਿਣ ਲੱਗੇ ਸਭ ਕੁਛ ਉਸ ਨੂੰ ਦੇਖ ਕੇ ਜੋ ਹੁਕਮ ਉਹ ਦਿੰਦਾ ਹੈ ਸ਼ਬਦ ਨਾਮ ਦੀ ਕਮਾਈ ਦਾ, ਬੜੇ ਪਿਆਰ ਦੇ ਨਾਲ ਤੂੰ ਉਸ ਨੂੰ ਕਰ ਜੀ। ਅਬ ਕੇ ਸਤਿਗੁਰ ਵਿਧੀ ਦਇਆ ਕਰ, ਸ਼ਬਦ ਭੇਦ ਤਾਰ ਗਈ, ਲੋਕੋ ਛੋੜ ਸਵਾਰ ਗਤ ਲਾਗੀ, ਅਚਰ ਮਤ ਨੋ ਦੀਸ ਦਈ। ਕੀ ਕਰਨਾ ਹੈ? ਸਿਮਰਨ ਦੇ ਜਰੀਏ 9 ਦੁਆਰੇ ਖਾਲੀ ਕਰਨੇ ਹੈ। 2 ਅੱਖਾਂ ਦੇ ਸੁਰਾਖ ਹੈ, 2 ਨੱਕ ਦੇ ਹੈ, 2 ਅੱਖਾਂ ਦੇ ਸੁਰਾਖ ਹਨ, ਮੂੰਹ ਹੈ, ਹੇਠ 2 ਇੰਦਰੀਆਂ ਦੇ ਸੁਰਾਖ ਹਨ। ਇਸ ਦੇ ਜਰੀਏ ਹੀ ਸਾਡੀ ਤਾਕਤ ਆਮ ਤੌਰ ਦੇ ਉੱਤੇ ਖਿਆਲ ਬਾਹਰ ਜਾਂਦਾ ਹੈ, ਫੈਲਿਆ ਹੋਇਆ ਹੈ, ਔਰ ਇਹਨਾਂ ਨੂੰ ਖਾਲੀ ਕਰ ਲੈਣਾ ਹੈ। ਸਿਮਰਨ ਦੇ ਜਰੀਏ ਅਸੀਂ ਇਹਨਾਂ ਨੂੰ ਖਾਲੀ ਕਰਕੇ ਅੱਖਾਂ ਦੇ ਪਿੱਛੇ ਆ ਜਾਣਾ ਹੈ। ਸਾਡੀ ਆਤਮਾ ਦੇ ਉੱਪਰ 3 ਪਰਦੇ ਹੈ, ਅਸਤੂਲ ਹੈ, ਸੂਖਸ਼ਮ ਹੈ, ਕਾਰਨ ਹੈ। ਕਹਿਣ ਲੱਗੇ ਜਦੋਂ ਅਸੀਂ ਕਾਰਨ ਸਰੀਰ ਦੇ ਉੱਪਰ ਚਲੇ ਜਾਂਦੇ ਹਾਂ, ਬ੍ਰਹਮ ਨੂੰ ਪਾਰ ਕਰ ਲੈਂਦੇ ਹਾਂ, ਸ਼ਰ ਅਕਸ਼ਰ ਇਹਨਾਂ ਨੂੰ ਛੱਡ ਕੇ ਉੱਪਰ ਜਾਂਦੇ ਹਾਂ, ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹਾਂ। ਆਪ ਕਹਿਣ ਲੱਗੇ ਫਿਰ ਕੀ ਹੈ ਕਿ ਅਸੀਂ ਮੱਖਣ ਕੱਢ ਲੈਂਦੇ ਹਾਂ, ਮੱਖਣ 'ਚੋਂ ਘਿਓ ਕੱਢ ਲੈਂਦੇ ਹਾਂ, ਔਰ ਉਹ ਘਿਓ ਸਮਾਨ ਹੁੰਦਾ ਹੈ ਕਿ ਸਚਾਈ ਹੁੰਦੀ ਹੈ ਜੀ। ਛੋੜ ਸਵਾਰ ਗਤ ਲਾਗੀ, ਅਚਰ ਮਤ ਨੋ ਦੀਸ ਦਈ, ਲੋਕਾ ਪਾਰ ਚਲੀ ਅਬ ਗੁਰਬਲ, ਅਗਮ ਪਦਾਰਥ ਲੀਨ ਸਈ। ਸਾਡੀ ਕਿਸ਼ਤੀ ਬਗੈਰ ਕਿਸੇ ਮਲਾਹ ਤੋਂ ਸਮੁੰਦਰ ਦੇ ਅੰਦਰ, ਦਰਿਆਵਾਂ ਦੇ ਅੰਦਰ ਡਗਮਗਾ ਰਹੀ ਸੀ, ਲੇਕਿਨ ਗੁਰੂ ਮਲਾਹ ਮਿਲਿਆ। ਉਸ ਨੇ ਲਹਿਰਾਂ ਦਾ ਵਾਕਫ ਸੀਗਾ ਕਿ ਕਿਸ ਤਰ੍ਹਾਂ ਅੰਦਰ ਕਾਲ ਦੀਆਂ ਲਹਿਰਾਂ, ਕਾਮ ਕ੍ਰੋਧ ਦੀਆਂ ਲਹਿਰਾਂ ਉੱਠ ਰਹੀਆਂ ਹਨ। ਉਹ ਬਚਾ ਕੇ ਲੈ ਗਿਆ, ਕਿਉਂਕਿ ਉਹ ਵਾਕਫਕਾਰ ਸੀ, ਉਹ ਸੱਚਾ ਮਲਾਹ ਸੀਗਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੇ ਬਾਂਹ ਕੋ ਕੀਜੈ। ਜਿਸ ਤਰ੍ਹਾਂ ਮਲਾਹ ਆਪਣਾ ਬੇੜਾ ਲਿਆ ਕੇ ਕਿਨਾਰੇ ਦੇ ਉੱਤੇ ਕਹਿੰਦਾ ਹੈ, ਆਓ ਬਈ ਜਿਹਨੇ ਦੂਸਰੇ ਪਾਸੇ ਜਾਣਾ ਹੈ, ਪਾਰ ਲੰਘਣਾ ਹੈ, ਆਓ ਮੈਂ ਤੁਹਾਨੂੰ ਲੈ ਚੱਲਦਾ ਹੈ। ਜੋ ਉਸ 'ਤੇ ਇਤਵਾਰ ਕਰਕੇ ਬੈਠ ਜਾਂਦੇ ਹੈ ਬੇੜੇ ਵਿੱਚ, ਕਿਸ਼ਤੀ ਦੇ ਅੰਦਰ, ਉਹ ਪਾਰ ਹੋ ਜਾਂਦੇ ਹੈ, ਬਾਕੀ ਸੋਚਦੇ ਰਹਿ ਜਾਂਦੇ ਹੈ। ਇਸੇ ਤਰ੍ਹਾਂ ਸੰਤ ਸਤਿਗੁਰੂ ਨਾਮ ਦਾ ਜਹਾਜ਼ ਲੈ ਕੇ ਆਉਂਦੇ ਹੈ। ਜਿਨ੍ਹਾਂ ਦੇ ਉੱਚੇ ਭਾਗ ਹੁੰਦੇ ਹੈ ਉਹ ਸ਼ਬਦ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦੇ ਹੈ, ਉਹ ਲਹਿਰਾਂ ਤੋਂ ਵਾਕਫਕਾਰ ਹੁੰਦੇ ਹੈ। ਇਸ ਉਹ ਬੇੜੇ ਦੇ ਮਲਾਹ ਬਣ ਕੇ ਆਉਂਦੇ ਹੈ। ਇਸ ਵਾਸਤੇ ਆਪ ਕਹਿੰਦੇ ਹੈ, ਨੌਕਾ ਕਹਿੰਦੇ ਕਿਸ਼ਤੀ ਨੂੰ, ਨੌਕਾ ਪਾਰ ਚੱਲੀ ਅਬ ਗੁਰਬਲ। ਇਸ ਵਾਸਤੇ ਉਹਨਾਂ ਦੀ ਦਇਆ ਨਾਲ, ਉਹਨਾਂ ਦੀ ਕਿਰਪਾ ਦੇ ਨਾਲ ਸਾਡੀ ਕਿਸ਼ਤੀ ਵੀ ਜੋ ਭੱਬਰ ਦੇ ਵਿੱਚ ਡਗਮਗਾ ਰਹੀ ਸੀ, ਉਹ ਪਾਰ ਹੋ ਜਾਂਦੀ ਹੈ ਕਿ 84 ਦਾ ਚੱਕਰ ਖਤਮ ਹੋ ਜਾਂਦਾ ਹੈ ਜੀ। ਆਪ ਕਹਿਣ ਲੱਗੇ ਮੈਂ ਕੀ ਕਵਾਂ। ਇਹ ਕਹਿਣ ਦੀ ਗਤੀ ਨਹੀਂ, ਇਹ ਬਿਆਨ ਕਰਨ ਦੀ ਚੀਜ਼ ਨਹੀਂ। ਕਬੀਰ ਸਾਹਿਬ ਨੂੰ ਪੁੱਛਿਆ ਗਿਆ ਸ਼ਬਦ ਦੇ ਰਸ ਬਾਰੇ ਕਿ ਉਹ ਮਿੱਠਾ ਹੈ ਜਾਂ ਉਹ ਕਿਸ ਤਰ੍ਹਾਂ ਦਾ ਹੈ। ਉਹ ਕਹਿਣ ਲੱਗੇ ਦੇਖੋ ਪਿਆਰਿਓ, ਇਹ ਗੂੰਗੇ ਦੀ ਮਠਿਆਈ ਹੈ। ਜਿਸ ਤਰ੍ਹਾਂ ਗੂੰਗਾ ਮਿੱਠਾ ਖਾ ਲੈਂਦਾ ਹੈ, ਉਹਦਾ ਸਵਾਦ ਨਹੀਂ ਦੱਸ ਸਕਦਾਗਾ, ਕੱਛਾ ਹੀ ਵਜਾ ਸਕਦਾ ਹੈ। ਆਪ ਕਹਿਣ ਲੱਗੇ ਕਹਿਤ ਕਬੀਰ
ਗੂੰਗੇ ਗੁੜ ਖਾਇਆ ਪੂਛੇ ਕਹਿਣ ਨਾ ਜਾਈ ਹੋ। ਉਹ ਖਾ ਲੈਂਦਾ ਹੈ, ਖੁਸ਼ੀ ਨਾਲ ਉਹ ਟੱਪ ਸਕਦਾ ਹੈ, ਲੇਕਿਨ ਉਹਦਾ ਸਵਾਦ ਨਹੀਂ ਦੱਸ ਸਕਦਾ ਗਾ। ਇਹੀ ਹਾਲਤ ਹੈ ਪਿਆਰਿਓ। ਮਹਾਤਮਾ ਆ ਕੇ ਇਸ਼ਾਰਿਆਂ ਦੇ ਮੁਤਾਬਕ ਦੱਸਦੇ ਹੈ ਕਿ ਤੁਸੀਂ ਖੁਦ ਜਾ ਕੇ ਇਸ ਰਸ ਨੂੰ ਚੱਖ ਸਕਦੇ ਹੋ। ਇਹ ਵਿਅਕਤੀਗਤ ਮਸਲਾ ਹੈ, ਇਹ ਤੁਸੀਂ ਹੱਲ ਕਰਨਾ ਹੈ। ਇਸ ਵਾਸਤੇ ਆਪ ਕਹਿੰਦੇ ਆ ਇਸ ਰਸ ਨੂੰ ਸਾਡੀ ਆਤਮਾ ਚੱਖਦੀ ਹੈ, ਸਾਡੀ ਸੁਰਤ ਉਹ ਸ਼ਬਦ ਦੇ ਵਿੱਚ ਮਿਲ ਕੇ ਇੱਕ ਹੋ ਜਾਂਦੀ ਹੈ। ਦੋ ਨਹੀਂ ਰਹਿੰਦੇ ਗੇ। ਕਤਰਾ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰੀ ਕਹਾਉਂਦਾ ਹੈ ਜੀ। ਕਿਆ ਕਿਆ ਤੁਮ ਕਹਿਨੇ ਘਟ ਨਾਹੀ, ਸੁਰਤ ਸ਼ਬਦ ਮਿਲਤੇ ਕਰੂਨੀ, ਰਹਿਨ ਗਹਿਨ ਕੀ ਬਾਤ ਨਿਆਈ, ਸੰਤ ਬਿਨਾ ਕੋਇ ਨਾਹੀ ਕਰੀ। ਆਪ ਕਹਿਣ ਲੱਗੇ ਜਿਹੜੀ ਉੱਥੋਂ ਦੀ ਕਾਰਗੁਜ਼ਾਰੀ ਹੈ ਪਰਮਾਤਮਾ ਦੇ ਘਰ ਅੰਦਰ, ਕਿ ਕਿਸ ਤਰ੍ਹਾਂ ਆਤਮਾ ਉੱਥੇ ਜਾ ਕੇ ਸੁੱਖ ਭੋਗਦੀਆਂ ਹਨ, ਕਿਸ ਤਰ੍ਹਾਂ ਸ਼ਾਂਤੀ ਪ੍ਰਾਪਤ ਕਰਦੀਆਂ ਹਨ, ਕਿਸ ਤਰ੍ਹਾਂ ਉਹ ਸ਼ਾਂਤੀ ਦਾ ਦੇਸ਼ ਹੈ। ਕਹਿਣ ਲੱਗੇ ਇਹ ਕਹਿਣ ਵਾਲੀ ਬਾਤ ਨਹੀਂ ਗੀ। ਸੰਤਾਂ ਨੇ ਵੀ ਇਸ਼ਾਰਿਆਂ ਦੇ ਮੁਤਾਬਕ ਹੀ ਆ ਕੇ ਦੱਸਿਆ ਕਿ ਉਹ ਮੌਤ ਪਦੈਸ਼ ਦਾ ਦੇਸ਼ ਨਹੀਂ, ਸ਼ਾਂਤੀ ਦਾ ਦੇਸ਼ ਹੈ। ਅਗਰ ਅਸੀਂ ਸਵਰਗਾਂ ਦੇ ਵਿੱਚ ਜਾਂਦੇ ਹਾਂ ਉੱਥੇ ਵੀ ਮੌਤ ਪਦੈਸ਼ ਹੈ, ਉੱਥੇ ਵੀ ਈਰਸ਼ਾ ਹੈ, ਜਲਨ ਹੈ ਇੱਕ ਦੂਸਰੇ ਦੀ। ਅਸੀਂ ਦੇਵਤਿਆਂ ਦੀਆਂ ਕਹਾਣੀਆਂ ਪੜ੍ਹਦੇ ਹੀ ਹੈ। ਇਸ ਵਾਸਤੇ ਆਪ ਕਹਿਣ ਲੱਗੇ ਉਹੀ ਇੱਕ ਐਸਾ ਦੇਸ਼ ਹੈ ਕਿ ਜਿੱਥੇ ਪਿਆਰ ਹੈ, ਪਿਆਰ ਦਾ ਦੇਸ਼ ਹੈ। तो आप कहने लगे संत महात्मा भी इशारिਆਂ ਦੇ ਨਾਲ ਦੱਸਦੇ ਆ ਕਿ ਅਗਰ ਤੁਸੀਂ ਸ਼ਾਂਤੀ ਹਾਸਲ ਕਰਨੀ ਚਾਹੁੰਦੇ ਹੋ, ਦੁਨੀਆ ਦੇ ਕਿਸੇ ਵੀ ਪਦਾਰਥ ਦੇ ਵਿੱਚ ਸ਼ਾਂਤੀ ਨਹੀਂ, ਨਾ हुकूमत के अंदर शांति है, ना धन दौलत के अंदर शांति है, ना बीवी बच्चों के अंदर शांति है। अगर शांति है तो आत्मा आपके देश आपके घर पहुँच के ही प्राप्त कर सकती है जी। आप कहन लगे कि साड़ी आत्मा जो सिमरन के जरिए अखां दे पिछे लै आने हैं, पहली मंजिल संसदल कमल ते पहुँच जाने हैं, अगे ब्रह्म की चोटी ते जाने हैं, महासन पार ब्रह्म दे विच पहुँच जाने हैं। उत्थे आत्मा ना काली है ना गोरी है। उत्थे पता लगता है कि आत्मा ना हिंदुस्तान दे रहन वाली है ना अमरीका अफ्रीका दे रहन वाली है। आत्मा भी उस तत्व की बनी हुई है जिसका वो परमात्मा है। जो परमात्मा अंदर गुण है वही साड़ी आत्मा अंदर है। फर्क विछोड़े का हुंदा है। वो समुंदर है, ये कतरा है। सानू पता है कि कतरा भी पानी हुंदा है, लहर भी पानी है, समुंदर भी पानी है, लेकिन विछोड़े का फर्क हुंदा है। हुण ये छोटी आत्मा कहूँदी है, जब उहदे विच जाके मिल जाती है। आप कहन लगे फिर की है कि ये भवर गुफा पहुँच जाती है। भवर गुफा वो स्थान है जो असी सुन महासुन नू पार कर लेने हैं। ये सचखंड का बूहा है। इत्थे पहुँच के आत्मा नू मस्ती आ जाती है, मस्त हो जाती है, भुल जाती है। सोहू दे मैने भी उही है जो मुसलमान अनाहू कहते हैं कि जो तू है वही मैं है। परमात्मा दे विच आत्मा इत्थों ही मिलने की कोशिश करती है। सो इस वास्ते स्वामी जी महाराज मंजिल दर मंजिल पौड़ी दर पौड़ी सानू समझा रहे हैं। सतगुरु जब नाम दिंदा है वो सतनाम की गोद विच पाउंदा है, सतनाम दे नाल जोड़ दिंदा है। हर संत का यही मिशन है, यही धर्म हुंदा है। अगे सतनाम आपकी मदद दे नाल अनामी देश विच भेजदा है। क्या कतरा समुंदर दे विच मिल जाता है,
ਸਤਨਾਮ ਸੱਚਖੰਡ ਦੇ ਵਿੱਚੋਂ ਆਤਮਾ ਆਈ ਸੀ, ਵਾਪਸ ਸੱਚਖੰਡ ਦੇ ਵਿੱਚ ਹੀ ਇਹ ਫਿਰ ਪਹੁੰਚ ਜਾਂਦੀ ਹੈ। ਨਾ ਉੱਥੇ ਮੌਤ ਹੈ ਨਾ ਪੈਦਾਇਸ਼ ਹੈ। ਕਬੀਰ ਸਾਹਿਬ ਕਹਿੰਦੇ ਹੈ, ਗਈ ਪੁਤਲੀ ਲੂਣ ਦੀ ਥਾ ਸਿੰਧ ਦੀ ਲੈਨ, ਅਨਾਥ ਆਪ ਪਾਣੀ ਪਈ ਉਲਟ ਕਹੇ ਕੋ ਬੈਨ। ਜਿਸ ਤਰ੍ਹਾਂ ਨਿਮਕ ਦੀ ਪੁਤਲੀ ਨੂੰ ਕਿਹਾ ਕਿ ਤੂੰ ਜਾ ਸਮੁੰਦਰ ਦੀ ਥਾਂ ਲੈ ਕੇ ਆ, ਇਹਦੀ ਗਹਿਰਾਈ ਨੂੰ ਮਾਪਤਾ ਸੀ ਕਿਤਨਾ ਇਹ ਗਹਿਰਾ ਹੈ। ਉਹ ਖੁਦ ਪਾਣੀ ਦੇ ਅੰਦਰ ਜਾ ਕੇ, ਸਾਨੂੰ ਪਤਾ ਨਿਮਕ ਆਸਾਨੀ ਦੇ ਨਾਲ ਖੁਰ ਜਾਂਦਾ ਹੈ, ਉਹ ਪਾਣੀ ਵਿੱਚ ਮਿਲ ਕੇ ਪਾਣੀ ਹੋ ਗਈ ਹੈ। ਕਿਸ ਨੂੰ ਆ ਕੇ ਬਤਾਵੇ? ਇਹੀ ਸਾਡੀ ਆਤਮਾ ਦੀ ਹਾਲਤ ਹੈ। ਜਦ ਇਹ ਸ਼ਬਦ ਨਾਮ ਦੇ ਵਿੱਚ ਜਾ ਕੇ ਅਨਾਮੀ ਦੇਸ਼ ਵਿੱਚ ਸਮਾ ਜਾਂਦੀ ਹੈ, ਕੌਣ ਆ ਕੇ ਦੱਸੇ ਕਿ ਉੱਥੋਂ ਦੀ ਕੀ ਕਾਰਗੁਜ਼ਾਰੀ ਹੈ। ਕਿਤਨੇ ਕੁ ਲੋਕ ਅਸੀਂ ਤਿਆਰ ਹੁੰਦੇ ਹਾਂ। ਮੈਂ ਦੱਸਦਾ ਹੁੰਦਾ ਹੈ ਕਿ ਮਹਾਤਮਾ ਜਦ ਵੀ ਸੰਸਾਰ ਵਿੱਚ ਆਉਂਦੇ ਹੈ, ਉਹ ਆਮ ਤੌਰ ਦੇ ਉੱਤੇ ਇਹੀ ਕਹਿੰਦੇ ਹੈ, ਤੁਸੀਂ ਖੁਦ ਚੱਲ ਕੇ ਅੱਖਾਂ ਨਾਲ ਸੱਚਾਈ ਨੂੰ ਦੇਖੋ। ਜਦ ਥੋੜ੍ਹੇ ਲੋਕ ਉਹਨਾਂ ਦੇ ਮਗਰ ਲੱਗਦੇ ਹੈ, ਆਮ ਤੌਰ ਦੇ ਉੱਤੇ ਇਤਬਾਰ ਹੀ ਨਹੀਂ ਕਰਦੇ ਗੇ, ਫਿਰ ਉਹ ਵੀ ਸਾਨੂੰ ਦੁਨਿਆਵੀ ਤੌਰ 'ਤੇ, ਦੁਨਿਆਵੀ ਲੈਵਲ ਦੇ ਉੱਤੇ ਉਹ ਮਿਸਾਲਾਂ ਦੇ ਸਮਝਾਉਂਦੇ ਹੈ ਜਿਹੜੀਆਂ ਸਾਡੇ ਆਸਾਨੀ ਨਾਲ ਸਮਝ ਵਿੱਚ ਆ ਜਾਣ। ਲੇਕਿਨ ਉਹ ਸਾਨੂੰ ਸ਼ਬਦ ਨਾਮ ਦੇ ਨਾਲ ਜੋੜ ਦਿੰਦੇ ਹੈ। ਸਾਡੀ ਖੋਜ ਸ਼ੁਰੂ ਹੋ ਜਾਂਦੀ ਹੈ। ਉਹ ਸਾਨੂੰ ਆਪਣੀ ਸੂਖਸ਼ਮ ਬੁੱਧੀ ਦੇ ਨਾਲ ਐਸਾ ਹਲੂਣਾ ਦਿੰਦੇ ਹੈ, ਅਸੀਂ ਵੀ ਮਾਲਕ ਦੀ ਭਗਤੀ ਦੀ ਤਰਫ ਲੱਗ ਜਾਂਦੇ ਹਾਂ ਜੀ। ਸਤਨਾਮ ਸਤਨਾਮ ਨਿਰਖ ਸੁਰ ਅਲਖ ਅਗਮ ਬਤ ਪਾਏ ਗਈ। ਸੁਰਤ ਨਿਰਤ ਸੰਗ ਜਨੀ ਪਗਾੜੀ। ਰਾਧਾ ਸਵਾਮੀ ਚਰਨ ਆਈ। ਦੋ ਤਾਕਤਾਂ ਹਨ ਸਾਡੀ ਆਤਮਾ ਦੀਆਂ, ਸੁਰਤ ਔਰ ਨਿਰਤ ਹੈ। ਨਿਰਤ ਉਹ ਤਾਕਤ ਹੈ ਜਿਹੜੀ ਦੇਖਣ ਵਾਲੀ ਹੁੰਦੀ ਹੈ। ਸੁਰਤ ਸੁਣਨ ਵਾਲੀ ਤਾਕਤ ਨੂੰ ਕਿਹਾ ਗਿਆ ਹੈ। ਸਾਨੂੰ ਪਤਾ ਹੈ ਕਿ ਰੋਸ਼ਨੀ ਜੋ ਹੈ ਉਹ ਆਵਾਜ਼ ਨਾਲੋਂ ਤੇਜ਼ ਹੁੰਦੀ ਹੈ। ਲੇਕਿਨ ਜਦ ਤੱਕ ਅਸੀਂ ਸਿਮਰਨ ਦੇ ਜ਼ਰੀਏ ਅੰਦਰ ਗੁਰੂ ਸਰੂਪ ਤੱਕ ਨਹੀਂ ਪਹੁੰਚਦੇਗੇ, ਸਾਡੀ ਜਿਹੜੀ ਨਿਰਤ ਹੈ ਉਹ ਉਤਨਾ ਕੰਮ ਨਹੀਂ ਕਰਦੀ ਹੁੰਦੀ ਜਿਤਨਾ ਕਿ ਕਰਨਾ ਚਾਹੀਦਾ ਹੈ। ਕਿਉਂਕਿ ਨਿਰਤ ਜਿਹੜੀ ਹੈ ਉੱਥੇ ਵੀ ਸੁਰਤ ਦਾ ਹੀ ਕੰਮ ਦਿੰਦੀ ਹੈ। ਨਿਰਤ 10ਵੇਂ ਦੁਆਰ ਦੇ ਵਿੱਚ ਜਾ ਕੇ ਬਣਦੀ ਹੈ, ਖੁੱਲ੍ਹਦੀ ਹੈ। ਉਹ ਦੇਖਣ ਵਾਲੀ ਸ਼ਕਤੀ ਹੈ। ਔਰ ਆਪ ਪਿਆਰ ਦੇ ਨਾਲ ਦੱਸਦੇ ਹੈ ਕਿ ਸੁਰਤ ਨਿਰਤ ਔਰ ਉਸ ਰਾਧਾ ਸੁਆਮੀ ਕੁਲ ਮਾਲਕ ਦੇ ਦੇਸ਼ ਵਿੱਚ ਪਹੁੰਚ ਜਾਂਦੀ ਹੈ ਜੀ। ਸੁਰਤ ਨਿਰਤ ਸੰਗ ਜਨੀ ਪਗਾੜੀ। ਰਾਧਾ ਸਵਾਮੀ ਚਰਨ ਆਈ। ਅਬ ਆਰਤ ਸਿੰਗਾਰ ਸੁਧਾਰੀ। ਪ੍ਰੇਮ ਕੁਮੰਗ ਪੀ ਬਹੁਤ ਚਰੀ। ਆਰਤ ਦੇ ਮਹੀਨੇ ਹੈ, ਕਤਰੇ ਦਾ ਸਮੁੰਦਰ ਵਿੱਚ ਮਿਲ ਜਾਣਾ, ਸਾਡੀ ਆਤਮਾ ਦਾ ਗੁਰੂ ਵਿੱਚ ਮਿਲ ਜਾਣਾ, ਇਹ ਸੱਚੀ ਆਰਤ ਹੈ। ਆਪ ਪਿਆਰ ਦੇ ਨਾਲ ਕਹਿੰਦੇ ਹੈ। ਪਰਮਾਤਮਾ ਦਾ ਸਰੂਪ ਕੀ ਹੈ? ਪਿਆਰ ਹੈ, ਪ੍ਰੇਮ ਹੈ। ਆਤਮਾ ਦਾ ਸਰੂਪ ਵੀ ਪਿਆਰ ਔਰ ਪ੍ਰੇਮ ਹੈ। ਇਸ ਵਾਸਤੇ ਆਪ ਕਹਿਣ ਲੱਗੇ ਹੈ, ਬੜਾ ਦਿਲ ਦੇ ਵਿੱਚ ਪਿਆਰ ਉੱਠਿਆ ਹੈ, ਪ੍ਰੇਮ ਉੱਠਿਆ ਹੈ ਜੀ। ਅਬ ਆਰਤ ਸੰਸਾਰ ਸੁਧਾਰੀ। ਪ੍ਰੇਮ ਕੁਮੰਗ ਪੀ ਬਹੁਤ ਚਰੀ। ਪਾਲ ਕਲਾ ਸਭ ਦੂਰ ਬੜਾਰੀ। ਜਾਲ ਸ਼ਰਨ ਅਬ ਆਨ ਲਈ। ਕਾਲ ਦੇ ਨਿਚਲੇ ਦੇਸ਼ ਹੈ। ਆਪ ਕਹਿਣ ਲੱਗੇ ਉਹਨਾਂ ਮੰਡਲਾਂ ਨੂੰ ਛੱਡ ਦਿੱਤਾ ਹੈ ਜਿੱਥੇ ਕਿ ਕਾਲ ਦਾ ਰਾਜ ਹੈ, ਤ੍ਰਿਲੋਕੀ ਦਾ ਇਹ ਮਾਲਕ ਹੈ। ਹੁਣ ਮੈਂ ਦਿਆਲ ਦੇਸ਼ ਦੇ ਵਿੱਚ ਆ ਗਈ ਹਾਂ, ਆਪਦੇ ਪਰਮਾਤਮਾ ਕੋਲੇ ਆ ਗਈ ਹਾਂ। ਇਸ ਵਾਸਤੇ ਇੱਥੇ ਕਾਲ ਦਾ ਦਖਲ ਨਹੀਂ ਗਾ, ਕਾਲ ਆ ਨਹੀਂ ਸਕਦਾ ਗਾ। ਕੀ ਦਖਲ ਦੇਵੇਗਾ ਜਿੱਥੇ ਉਹਦੀ ਪਹੁੰਚ ਹੀ ਨਹੀਂ ਗੀ ਜੀ। ਕਾਲ ਕਲਾ ਸਭ ਦੂਰ ਬਿਲਾਰੀ। ਜਾਲ ਸ਼ਰਨ ਅਬ ਆਨ ਲਈ। ਪਚ ਰੰਗ ਬਾਨਾ ਪਹਿਨ ਬਿਰਾਜੇ। ਸ਼ੋਭਾ ਸਾਰੀ ਆਜ ਨਈ। ਹੁਣ ਰੂਹ ਬੜਾ
जोश विच आके प्यार विच आके कहती है कि वो कुल मालिक परमात्मा वाहिगुरू खुद संसार विच पंजां तत्तां दा चोला धार के मेरे सामने गुरु बन के बैठा है। बड़ी अजीब शोभा है। जब इंद्रमती कबीर साहब तो नाम लैके अंदर गई, अगे की देखती है, कबीर और परमात्मा दे विच कोई भिन्न भेद नहीं गा। वो बड़ी अचरज होकर पुछदी है कि ये किस तरह होया, सतपुरुष तुम दास कहाए, कुल मालक बन के तू कहंदा सा मैं तां संगत दा दास है। ये किस तरह सोहबत है आप दी छपाली सी। वो कहने लगे अगर मैं तेनू ये कहंदा कि मैं सतपुरुष है, परमात्मा है, तेनू अतवार नहीं आना सी। तू ये कहना सीगा एक छोटा जिहा जलाहा, ये किस तरह परमात्मा हो सकता है। तू अज जो प्यार करना चाहनी है, जो तेरे अंदर शरधा है, अज तू कर सकती है। कोई मेरे अंदर फर्क या तब्दीली नहीं आएगी। महात्मा इस दुनिया की मान वडियाई नूं या इत्थों की निंदिया नूं कोई ज़्यादा अहमियत नहीं दिंदेगे। उन्होंने पता है कि मालिक दे दरबार ना तो इत्थों की मान वडियाई जानी है, ना इत्थों की निंदिया ही जानी है। इस वास्ते आप प्यार दे नाल कहंदे है कि बड़ी अजीब महिमा है। वो परमात्मा एक इंसान का चोला पा के मेरे सामने गुरु बन के बैठा है। सब संतां ने अकवाल किया है, तुसीं भजन रोज़ बोलते हो, रब बंदा बन के आया। ये उदों ही कहा गया कृपाल नूं, कुल मालिक नूं, जद समझ दे विच आया कि ये इंसान नहीं। मैं एक भजन विच दस्सिया है कि दुनिया कहंदी संत कृपाल, मापे उहनूं कहंदे पाल, साडा है तां दीन अमान, कि माता पिता उसनूं पाल कहंदे है, दुनिया संत कृपाल कहंदी है, लेकिन मेरा हो की है दीन अमान है। इस वास्ते महात्मा प्यार ना कहंदे है। गुरु अर्जन देव जी महाराज कहंदे है हर जियो नाम पढ़ियो रामदास। वो भी अपने गुरु ने यही कह उठे कि परमात्मा का नाम ही रामदास पै गया है। बुल्ले शाह सूफी संत कहता है मौला आदमी बन आया, वाह वाह अपना आप छुपाया। उन्हें अपना आप छुपा के वो परमात्मा मौला इंसान बन के आ गया है। इस वास्ते स्वामी जी महाराज भी प्यार ना सानू समझाते हैं कि देखो कैसी महिमा है कि कुल मालक होके किस तरह एक छोटे जे पैमाने विच आके अपनी जिंदगी गुजारदा है। ये कौन कहते हैं जेड़े अंदर जाते हैं कमाई करते हैं जी। आप कहन लगे कादे वास्ते वो आए दुनिया के अंदर। वो जीवां की खातर, आत्मा की खातर संसार विच आउंदे है। पहला दुध है, फिर मक्खण है, घ्यो है कि परमात्मा तो इंसान के जामे विच आके बैठ जाता है। बड़े प्यार नाल सानू वो संदेशा दिंदा है कि प्यारिओ ये देश जिहदे विच तुसीं बैठे हैं तुहाडा नहीं, ये कौमां मजहब जिन्हां दा तुसीं इतना लगाओ महसूस करते हो, जिन्हां विच अपने आप नूं तुसीं गिरफ्तार करी बैठे हो, कहण लगे तुहाडियां नहीं। सच्चाई तो ये है, साडे सतगुरु महाराज सावण कहंदे हुंदे सीगे कि शरीर भी किराए का मकान है, पराया मकान है। ये इत्थों मिलिया, इत्थे असीं छड़ जाना है। कबीर साहब कहंदे है कहत कबीर कुछ गुण विचार, चलो जुहारी दोने हाथ चाड़। आखिर की है मुट्ठी मीज के जन्म लेंदा है, खोल के चले जाने हैं। सो स्वामी जी महाराज प्यार दे नाल सानू समझा रहे हैं कि पहला दुध सी, फिर वो उन्होंने जामन दिता, मक्खण कढ़िया, मक्खण नूं ताया, फिर की सीगा कि घ्यो कढ़ लिया। इसे तरह वो परमात्मा इंसानी जामे विच आया, छोटे जे लेवल दे विच रह के जिंदगी गुजारदा होया आपदियां आत्मा नूं संदेश दिंदा है कि देखो प्यारिओ तुसी इत्थे पराए देश विच आए हो, पराए घरां विच आए हो, तुहाडा घर तां शांति दा देश है, तुसी उत्थे चलो, मैं तुहाडे वास्ते संदेश लेके आया हाँ जी।
जीव काज निज पवन छोड़ कर यमा दूर के होत नहीं मत मत माखन काट निकारा फिर ले गुरमुख चाक जगी। ਉਹ ਆਪਦੇ ਸੇਵਕਾਂ ਦਾ ਬਾਹਰੋਂ ਖਿਆਲ, ਛਾਛ ਤੋਂ ਖਿਆਲ ਹਟਾ ਕੇ ਮੱਖਣ ਦੀ ਤਰਫ, ਘਿਓ ਦੀ ਤਰਫ ਲਾਉਂਦੇ ਹੈ। ਲੇਕਿਨ ਥੋੜੇ ਗੁਰਮੁਖ ਲੋਕ ਹੁੰਦੇ ਹੈ, ਮਾਲਕ ਦੇ ਪਿਆਰੇ, ਜਿਹੜੇ ਉਹ ਸਾਰ ਵਸਤੂ ਨੂੰ ਪ੍ਰਾਪਤ ਕਰਦੇ ਹੈ, ਸਚਾਈ ਨੂੰ ਪ੍ਰਾਪਤ ਕਰਦੇ ਹੈ, ਅੰਦਰ ਜਾ ਕੇ ਸ਼ਬਦ ਨਾਮ ਦੇ ਨਾਲ ਜੁੜਦੇ ਹੈ ਜੀ। ਮਤ ਮਤ ਮਾਖਨ ਕਾਟ ਨਿਕਾਰਾ ਫਿਰ ਲੈ ਗੁਰਮੁਖ ਚਾਕ ਜਗੀ। ਰਾਧਾ ਸੁਆਮੀ ਦੀਨ ਭਵਾਜਾ ਜਦੋ ਅਦਰ ਨਿਜ ਨਾਮ ਕਈ। ਸਵਾਮੀ ਜੀ ਮਹਾਰਾਜ ਨੇ ਸਾਨੂੰ ਇਹ ਸ਼ਬਦ ਦੇ ਅੰਦਰ ਬੜੇ ਪਿਆਰ ਨਾਲ ਸਮਝਾ ਦਿੱਤਾ। ਆਪ ਕਹਿੰਦੇ ਸਤਿਗੁਰ ਆਏ ਦੀਨਾ ਜਗ ਹੇਲਾ, ਜਾਗੋ ਰੇ ਮੇਰੇ ਪਿਆਰੇ ਜਾਗੋ। ਉਹ ਦੁਨੀਆ ਦੇ ਵਿੱਚ ਆ ਕੇ ਹੇਲਾ ਮਾਰ ਕੇ ਸਤਸੰਗ ਦੇ ਜ਼ਰੀਏ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ ਕਿ ਤੁਸੀਂ ਸੁੱਤੇ ਹੋ, ਜਾਗੋ। ਹੁਣ ਅਸੀਂ ਕਹਾਂਗੇ ਨਹੀਂ, ਅਸੀਂ ਜਾਗਦੇ ਹਾਂ। ਮਹਾਤਮਾ ਸਾਨੂੰ ਦੱਸਦੇ ਆ ਨਹੀਂ, ਤੁਸੀਂ ਸੰਸਾਰ ਦੀ ਤਰਫੋਂ, ਦੁਨੀਆ ਦੀ ਤਰਫੋਂ ਵਾਕਿਆ ਹੀ ਜਾਗਦੇ ਹੋ, ਪਰਮਾਤਮਾ ਦੀ ਤਰਫੋਂ ਸੁੱਤੇ ਹੋਏ ਹੋ। ਕਦੋਂ ਅਸੀਂ ਪਰਮਾਤਮਾ ਦੀ ਤਰਫੋਂ ਜਾਗਦੇ ਹਾਂ, ਦੁਨੀਆ ਦੀ ਤਰਫੋਂ ਸੌਂਦੇ ਹਾਂ? ਮੈਂ ਦੱਸਿਆ ਜਦੋਂ ਅਸੀਂ ਆਪਣੀ ਆਤਮਾ ਨੂੰ ਪਾਰ ਬ੍ਰਹਮ ਤੋਂ ਉੱਪਰ ਲੈ ਜਾਂਦੇ ਹਾਂ, ਆਤਮਾ ਨੂੰ ਜਗਾ ਲੈਂਦੇ ਹਾਂ। ਆਤਮਾ ਨੂੰ ਉੱਥੇ ਜਾ ਕੇ ਸੋਝੀ ਹੁੰਦੀ ਹੈ ਕਿ ਮੇਰਾ ਵੀ ਪਰਮਾਤਮਾ ਹੈ। ਮੈਂ ਤਾਂ ਐਵੇਂ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਲੱਗੀ ਰਹੀ ਸੀ। ਸੋ ਇਸ ਵਾਸਤੇ ਉੱਥੇ ਇਹਨੂੰ ਜਾਗ ਆ ਜਾਂਦੀ ਹੈ। ਜਨਮਾਂ ਜਨਮਾਤਰਾਂ ਦੀ ਸੋਈ ਇਹ ਜਾਗ ਪੈਂਦੀ ਹੈ। ਸੋ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਉਹ ਸਾਨੂੰ ਆ ਕੇ ਹੇਲਾ ਮਾਰ ਕੇ, ਹੋਕਾ ਮਾਰ ਕੇ ਕਹਿੰਦੇ ਹੈ ਕਿ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋ, ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ। ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇਹ ਬੜਾ ਉੱਚਾ ਅਵਸਰ, ਮੌਕਾ ਦਿੱਤਾ ਹੈ ਇਨਸਾਨੀ ਜਾਮੇ ਦਾ। ਅਗਰ ਅਸੀਂ ਇਨਸਾਨੀ ਜਾਮੇ ਨੂੰ ਦੁਨੀਆ ਦੇ ਸ਼ਰਾਬਾਂ ਕਬਾਬਾਂ ਦੇ ਵਿੱਚ, ਐਸ਼ੋ ਇਸ਼ਰਤਾ ਦੇ ਵਿੱਚ ਖੋ ਗਏ, ਸ਼ਬਦ ਨਾਮ ਦੀ ਕਮਾਈ ਨਾ ਕੀਤੀ, ਉਹੀ ਫੇਰ ਚੱਕਰ ਸਾਡੇ ਵਾਸਤੇ ਤਿਆਰ ਹੈ। ਸੋ ਸਾਨੂੰ ਵੀ ਚਾਹੀਦਾ ਹੈ ਸਵਾਮੀ ਜੀ ਮਹਾਰਾਜ ਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਸੁਫਲ ਬਣਾਈਏ, ਸ਼ਬਦ ਨਾਮ ਦੀ ਕਮਾਈ ਕਰੀਏ। ਮਤ ਮਤ ਮਾਖਨ